ਬਾਦਲਾਂ ਦੇ ਮਾਫੀਆ ਰਾਜ ਕਹਿਣ ਤੋਂ ਬਾਅਦ ਸਾਨੂੰ ਰਾਜ ਦਿੱਤਾ ਲੋਕਾਂ ਨੇ, ਪੰਜਾਬ ਦਿਆਂ ਨੇ ਭਰੋਸਾ ਵੀ ਕੀਤਾ ਸੀ ਗੁਟਕਾ ਸਾਹਿਬ ਹੱਥ 'ਚ ਚੱਕ ਕੇ। ਅਸੀਂ ਉਹਨਾਂ ਲੋਕਾਂ ਦੇ ਕੀਤੇ ਵਾਅਦੇ ਨਾਲ ਵਿਸ਼ਵਾਸਘਾਤ ਨਾਲ ਲੋਕਾਂ ਨਾਲ ਵੀ ਕਰ ਰਹੇ ਹੈ ਅਤੇ ਗੁਰੂਆਂ ਨਾਲ ਵੀ ਕਰ ਰਹੇ ਹੈ। ਈਗੋ ਹੈ, ਕੋਈ ਮੁੱਖ ਮੰਤਰੀ ਬਣਨ ਦੀ ਗੱਲ ਕਰਦਾ ਹੈ, ਕੋਈ ਡਿਪਟੀ ਚੀਫ ਮਿਨਿਸਟਰ ਦੀ ਗੱਲ ਕਰਦਾ, ਕੋਈ ਕਾਂਗਰਸ ਪ੍ਰਧਾਨ ਦੀ ਹੈ। ਰਾਜ ਦੀ ਗੱਲ ਤਾਂ ਆਪਾਂ ਵੱਖਰੀ ਕਰੀਏ ਕਿ ਰਾਜ ਦੁਆਰਾ ਕਿਵੇਂ ਆਊਗਾ, ਇਹ ਤਾਂ ਕਰਿਸ਼ਮਾ ਹੀ ਹੋਊਗਾ। ਇਹ ਹਾਲਾਤ ਤਾਂ ਬਹੁਤ ਘਿਨਾਉਣੇ ਨੇ ਨੈਕਸਟ ਲੈਵਲ 'ਤੇ ਪਾਰਟੀ ਦੇ। ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਫਾਰਮੂਲਾ ਸੀ ਇੱਕ ਉਹ ਤਾਂ ਚੱਲ ਗਿਆ। ਹੁਣ ਉਹ ਪ੍ਰਸ਼ਾਂਤ ਕਿਸ਼ੋਰ ਲੋਕਾਂ 'ਚ ਕਿਹੜੇ ਮੂੰਹ ਨਾਲ ਜਾਊਗਾ ਵੀ ਜੋ ਪਹਿਲਾਂ ਕਹਿ ਗਿਆ ਵੀ ਕਾਫੀ ਵਿਦ ਕੈਪਟਨ ਇਹੋ ਜਿਹੇ ਨਾਰੇ ਬੜੇ ਤੇ ਚਾਹੁੰਦਾ ਹੈ ਕਿ ਪੰਜਾਬ ਦੇ ਇਹ ਨਹੀਂ ਫਿਰ ਇਹਦਾ ਕੰਮ ਮੇਰਾ ਖਿਆਲ ਹੈ ਕੰਮ ਵੀ ਤਾਂ ਹੀ ਨਹੀਂ ਕੀਤੇ। ਇਹ ਸੋਚ ਬਣ ਗਈ ਵੀ ਜਦੋਂ ਇਲੈਕਸ਼ਨ ਆਉਣਗੇ ਪ੍ਰਸ਼ਾਂਤ ਨੂੰ ਦੁਬਾਰਾ ਬੁਲਾ ਲਾਂਗੇ, ਕਿਆ ਜ਼ਰੂਰਤ ਆ ਕੰਮ ਕਰਨ ਦੀ। ਲੋਕ ਮੂਰਖ ਬਣਦੇ ਨੇ, ਅੱਗੇ ਬਣ ਗਏ, ਮੈਨੂੰ ਨਹੀਂ ਲੱਗਦਾ ਬਾਰ-ਬਾਰ ਬਣਨ। ਪਹਿਲਾਂ ਤਾਂ ਜੇ ਪਾਰਟੀ ਸਟਰੋਂਗ ਹੋਊ ਤਾਂ ਹੀ ਸਰਕਾਰ ਹੋਊ, ਜੇ ਪਾਰਟੀ ਉਹ ਸਟਰੋਂਗ ਨਹੀਂ ਆਪਾਂ ਕਿਹੜੇ ਸਫਲੇ ਦਿੰਦੇ ਹਾਂ ਸਰਕਾਰ 'ਤੇ। ਪ੍ਰਸ਼ਾਂਤ ਕੋਲ ਸ਼ੋਰ ਕਿਤੇ ਆ ਕੇ ਹੱਥ ਨਾਲ ਵੋਟਾਂ ਪਵਾ ਦੂਗਾ। ਦੇਖੋ ਦੋਏ ਸਰਕਾਰਾਂ ਨੇ ਦਲਿਤਾਂ ਦਾ ਇਸ਼ੂ ਇੱਕ ਖੁਦੋਂ ਬਣਾ ਲਿਆ ਗੇਂਦ, ਉਹ ਵੀ ਉੱਪਰੋਂ ਕਿੱਕ ਮਾਰਦਾ, ਇਹ ਥੱਲੇ ਹੋਏ ਕਿੱਕ ਮਾਰਦੇ ਨੇ। ਨਹੀਂ ਹੁਣ ਡਿਪਟੀ ਸੀਐਮ ਕਿੱਕ ਡਿਪਟੀ ਸੀਐਮ ਕੀ ਹੁੰਦਾ? ਡਿਪਟੀ ਸੀਐਮ ਦੀ ਕੀ ਵੈਲਿਊ ਹੈ? ਇਹ ਲੋਲੀਪੌਪ ਡਿਪਟੀ ਬਣਾ ਦਿਓ ਜੀ, ਇਹ ਹੈ ਮਿੱਠੀ ਗੋਲੀ ਦੇ ਦਿਓ। ਪਾਵਰ ਤਾਂ ਕੋਈ ਹੁੰਦੀ ਨਹੀਂ, ਪਾਵਰ ਤਾਂ ਮੁੱਖ ਮੰਤਰੀ ਕੋਲ ਹੁੰਦੀ ਹੈ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਾਂਗਰਸ ਦੇ ਵਿੱਚ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਦਿੱਲੀ 'ਚ ਸਾਰੇ ਵਿਧਾਇਕਾਂ ਨੂੰ ਬੁਲਾਉਣ ਤੋਂ ਬਾਅਦ ਬਟ ਪੁਰਾਣੇ ਆਗੂਆਂ ਨੂੰ ਵੀ ਵਿੱਚ ਬੁਲਾਇਆ ਗਿਆ। ਉਸ ਤੋਂ ਬਾਅਦ ਇੱਕ ਸ਼ਾਂਤੀ ਛਾਈ ਹੋਈ ਹੈ। ਸ਼ਾਂਤੀ ਤੋਂ ਬਾਅਦ ਕੀ ਹੁੰਦਾ ਹੈ, ਅਲੱਗ-ਅਲੱਗ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇੱਕ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਜਾਂ ਪਾਰਟੀ ਦੇ ਵਿੱਚ ਬਿਲਕੁਲ ਹੀ ਸ਼ਾਂਤ ਵਾਤਾਵਰਨ ਹੋ ਗਿਆ ਚੋਣਾਂ ਦੇ ਮੱਦੇਨਜ਼ਰ। ਇਹ 3 ਮੈਂਬਰੀ ਕਮੇਟੀ ਦੀ ਘੁਰਕੀ ਮੰਨੀ ਜਾ ਸਕਦੀ ਹੈ ਜਾਂ ਗਾਂਧੀ ਪਰਿਵਾਰ ਦਾ ਇੱਕ ਨੁਕਤਾ ਵੀ ਮੰਨਿਆ ਜਾ ਸਕਦਾ ਹੈ। ਇਸ ਨੂੰ ਮੰਨ ਕੇ ਹਰ ਧਿਰ ਧੜੇਬੰਦੀ ਦੇ ਵੱਖ-ਵੱਖ ਧਿਰਾਂ ਦੇ ਜਿਹੜੇ ਆਗੂ ਹੈ ਹੋਰ ਢੰਗ ਨਾਲ ਦੇਖ ਰਹੇ ਨੇ। ਪਰ ਸਾਡੇ ਨਾਲ ਉਸ ਕਮੇਟੀ ਨਾਲ ਮਿਲ ਕੇ ਆਏ, ਆਪਦੇ ਵਿਚਾਰ ਦੇ ਕੇ ਆਏ, ਆਪਦੀ ਰਾਏ ਦੱਸ ਕੇ ਆਏ ਦਲਿਤਾਂ ਦੇ ਬੇਬਾਕ ਆਗੂ ਅਤੇ ਕਾਂਗਰਸ ਤੋਂ ਰਾਜ ਸਭਾ ਦੇ ਮੈਂਬਰ ਸਰਦਾਰ ਸ਼ਮਸ਼ੇਰ ਸਿੰਘ ਦੁੱਲੂ ਜੀ ਨਾਲ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉੱਥੇ ਉਹਨਾਂ ਨੇ ਆਪਦੇ ਵਿਚਾਰ ਕਿਸ ਤਰ੍ਹਾਂ ਰੱਖੇ ਜਾਂ ਉਹਨਾਂ ਨੂੰ 3 ਮੈਂਬਰੀ ਕਮੇਟੀ ਤੋਂ ਕੀ ਉਮੀਦ ਹੈ ਜਾਂ ਗਾਂਧੀ ਪਰਿਵਾਰ ਯਾਨੀ ਕਾਂਗਰਸ ਮੰਨਿਆ ਜਾ ਰਿਹਾ ਹੈ ਉਹਨਾਂ ਤੋਂ ਉਹਨਾਂ ਨੂੰ ਕੀ ਉਮੀਦ ਹੈ। ਇਹਦੇ ਵਿੱਚ 2 ਗੱਲਾਂ ਹੋਰ ਵੀ ਨੇ। ਸੋਨੀਆ ਗਾਂਧੀ ਜੋ ਸੁਪਰੀਮੋ ਨੇ ਅਤੇ ਰਾਹੁਲ ਅਤੇ ਪ੍ਰਿੰਕਾ, ਇਹ ਰੁਝਾਨ ਸਾਹਮਣੇ ਆ ਰਹੇ ਨੇ ਕਿ ਦੋਨੇ ਵੱਖ-ਵੱਖ ਧੜਿਆਂ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਨੇ। ਦੇਖਦੇ ਹੈ ਜਾਂ ਸਮਝਦੇ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਗੱਲ 'ਤੇ ਨਿਬੇੜਾ ਹੋ ਸਕਦਾ ਹੈ। ਦੁੱਲੋ ਸਾਹਿਬ ਨਾਲ ਗੱਲ ਕਰਦੇ ਹਾਂ। ਦੁੱਲੋ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ-ਬਹੁਤ ਵੈਲਕਮ, ਤੁਸੀਂ ਆਏ। ਔਰ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ, ਉਹਨਾਂ ਨੂੰ ਫਤਿਹ ਬੁਲਾਉਣਾ। ਸਤਿ ਸ਼੍ਰੀ ਅਕਾਲ। ਦੁੱਲੋ ਸਾਹਿਬ, ਪਹਿਲਾਂ ਇੱਕਦਮ ਇੰਨਾ ਸ਼ੋਰ ਆਇਆ, ਚਾਰੇ ਪਾਸੇ ਚਰਚਾ ਸੀ ਕਾਂਗਰਸ ਕੀ ਹੋ ਗਿਆ। ਬਹੁਤ ਵੱਡੇ ਬੇਅਦਬੀ ਤੋਂ ਲੈ ਕੇ ਧੜੇਬੰਦੀ ਦੇ ਪ੍ਰਧਾਨਗੀ ਤੋਂ ਸੀਐਮ ਦੇ ਬਦਲ ਤਿੱਕਰ ਦੇ ਮਾਮਲੇ ਚੱਲੇ। ਚਰਚਾਵਾਂ ਇਹ ਹੋ ਗਈਆਂ ਕਿ ਹੁਣ ਹੋਊਗਾ ਕੀ। ਇਹ ਸਾਰੇ ਐਡੇ ਸ਼ੋਰ ਤੋਂ ਬਾਅਦ ਹਾਈ ਕਮਾਂਡ ਹਰਕਤ 'ਚ ਆਈ, ਉਹਨਾਂ ਨੇ 3 ਮੈਂਬਰੀ ਕਮੇਟੀ ਬਣਾਈ। ਕਮੇਟੀ ਬਣਾਉਣ ਤੋਂ ਬਾਅਦ ਸਾਰਿਆਂ ਨੂੰ ਬੁਲਾਇਆ ਗਿਆ। ਹੁਣ ਅਜੀਬ ਸ਼ਾਂਤੀ ਹੈ, ਇਸ 'ਤੇ ਕੀ ਕਹੋਗੇ ਤੁਸੀਂ? ਦੇਖੋ, ਧੜੇਬੰਦੀ ਤਾਂ ਹਮੇਸ਼ਾ ਹੁੰਦੀ ਆਈਆਂ ਪਾਰਟੀਆਂ 'ਚ ਜੀ। ਕਿਸੇ ਵੀ ਪਾਰਟੀ 'ਚ ਲਾ ਲਓ, ਆਪਣੀ ਆਪਣੀ ਸੋਚ ਹੁੰਦੀ ਹੈ। ਔਰ ਜਿੱਥੇ ਤੱਕ ਕਾਂਗਰਸ ਦਾ ਸਗੋਂ ਆਪਣਾ ਵੱਖਰਾ ਕਲਚਰ ਰਿਹਾ ਕਾਂਗਰਸ ਦਾ ਜੀ। ਔਰ ਕਾਂਗਰਸ ਦੇ ਵਿੱਚ ਬਹੁਤ ਕਿਸੇ ਟਾਈਮ ਹੁੰਦਾ ਸੀ ਕਲਚਰ ਵੀ ਸੀ, ਡਿਸਿਪਲਿਨ ਵੀ ਸੀ। ਅੱਜ ਉਹ ਕਾਫੀ ਉਹ 'ਚ ਬਦਲਾਅ ਆਇਆ ਔਰ ਚੰਗਾ ਹੁੰਦਾ ਕਿ ਹਾਈ ਕਮਾਂਡ ਦੇਰ ਆਏ ਦਰੁਸਤ ਆਏ। ਜੇ ਇਹੀ ਪੰਜਾਬ ਵੱਲ ਜਦੋਂ ਅਸੀਂ ਕਾਫੀ ਅਰਸੇ ਤੋਂ ਹਾਈ ਕਮਾਂਡ ਦੇ ਨੋਟਿਸ 'ਚ ਵੀ ਲਿਆਉਂਦੇ ਰਹੇ ਹਾਂ ਔਰ ਗਾਹੇ ਬਗਾਹੇ ਦਿੱਲੀ 'ਚ ਮੀਟਿੰਗਾਂ ਵੀ ਕੀਤੀਆਂ ਨੇ ਜੀ। ਮੈਡਮ ਸੋਨੀਆ ਗਾਂਧੀ ਨੂੰ ਵੀ ਦੱਸਦੇ ਰਹੇ ਹਾਂ ਪੰਜਾਬ ਦੇ ਹਾਲਾਤ ਬਾਰੇ, ਕਾਂਗਰਸ ਦੇ ਹਾਲਾਤ ਬਾਰੇ। ਜੀ। ਚੰਗਾ ਹੁੰਦਾ ਕਿਉਂਕਿ ਹੁਣ ਇਲੈਕਸ਼ਨ ਨੇੜੇ ਆ ਗਏ। ਹੁਣ ਕੋਈ ਜ਼ਿਆਦਾ ਭਖਿਆ ਹੋਇਆ ਕਿ ਅਹੁਦਿਆਂ ਦੀ ਲੜਾਈ ਵੀ ਹੈ ਜੀ।
ਮੇਰੇ ਕੋਈ ਅਹੁਦੇ ਦੀ ਲੜਾਈ ਨਹੀਂ ਹੈ। ਮੈਂ ਪੰਜਾਬ ਦੇ ਮਸਲੇ ਲੈ ਕੇ ਗੱਲ ਕਰਦਾ। ਮੈਂ ਕਿਸੇ ਅਹੁਦੇ ਦੀ ਠੀਕ ਹੈ, ਤੁਸੀਂ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਹੋ, ਦਲਿਤ ਸਮੂਹ ਦੀ ਗੱਲ ਕਰਦੇ ਹੋ, ਉਹਨਾਂ ਦੀ ਹੱਕਾਂ ਦੀ ਗੱਲ ਕਰਦੇ ਹੋ, ਪਰ ਮੈਂ ਚਾਹੁੰਦਾ ਕਿ ਅੱਜ ਤੁਸੀਂ ਉਹ ਸਿਆਸਤ ਤੇ ਵੀ ਗੱਲ ਕਰੋ ਜਿਹੜੀ ਸਿਆਸਤ ਨੂੰ ਲੈ ਕੇ ਸਾਰੀਆਂ ਤਰ੍ਹਾਂ ਲੜ ਰਹੀਆਂ, ਜਿਹੜੀ ਸੱਤਾ ਨੂੰ ਲੈ ਕੇ ਸਾਰੀ ਤਰ੍ਹਾਂ ਲੜ ਰਹੀਆਂ, ਤੇ ਹਰ ਦਲਿਤ ਵੋਟ ਬੈਂਕ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ 'ਤੇ ਵੀ ਆਵਾਂਗੇ। ਪਰ ਪਹਿਲਾਂ ਜਿਹੜੀ ਇਸ ਲੰਬੇ ਸ਼ੋਰ ਤੋਂ ਬਾਅਦ ਕਮੇਟੀ ਦੇ ਅਲੱਗ-ਅਲੱਗ ਆਗੂਆਂ ਨੂੰ ਮਿਲਣ ਤੋਂ ਬਾਅਦ ਇਹ ਸ਼ਾਂਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸ਼ਾਂਤੀ ਤੂਫਾਨ ਚੰਗੀ ਗੱਲ ਹੈ, ਕਿਸੇ ਤੂਫਾਨ ਦਾ ਇਸ਼ਾਰਾ ਤਾਂ ਨਹੀਂ, ਚੰਗੀ ਗੱਲ ਹੈ। ਹਾਈ ਕਮਾਂਡ ਨੇ ਚੰਗੇ ਸੀਨੀਅਰ ਬੰਦਿਆਂ ਦੀ ਕਮੇਟੀ ਬਣਾਈ ਹੈ ਜੀ, ਜਿਨ੍ਹਾਂ ਦਾ 50-50 60-60 ਸਾਲ ਦਾ ਤਜਰਬਾ ਹੈ ਜੀ, ਬਹੁਤ ਸੀਨੀਅਰ ਹੈ। ਸੈਂਟਰ ਦੇ ਵਜ਼ੀਰ ਰਹੇ ਨੇ ਜੀ, ਔਰ ਮੁੱਖ ਮੰਤਰੀ ਰਹੇ ਨੇ ਜੀ, ਔਰ ਸੋਨੀਆ ਗਾਂਧੀ ਜੀ ਨੇ ਅੱਛੀ ਟੀਮ ਇੱਕ ਬਣਾ ਕੇ ਭੇਜੀ ਹੈ ਜੀ, ਤਾਂ ਕਿ ਇਹ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਜੀ, ਇਹਨੂੰ ਡਿਫਿਊਜ਼ ਕੀਤਾ ਜਾਵੇ। ਠੀਕ ਹੈ, ਈਗੋ ਹੈ, ਕੋਈ ਮੁੱਖ ਮੰਤਰੀ ਬਣਨ ਦੀ ਗੱਲ ਕਰਦਾ ਹੈ, ਕੋਈ ਡਿਪਟੀ ਚੀਫ ਮਿਨਿਸਟਰ ਦੀ ਗੱਲ ਕਰਦਾ, ਕੋਈ ਕਾਂਗਰਸ ਪ੍ਰਧਾਨ ਦੀ ਹੈ, ਉਹ ਗੱਲਾਂ ਹੈ ਉਹਨਾਂ ਦੀਆਂ ਨੇ। ਪਰ ਮੇਰੀ ਗੱਲ ਤਾਂ ਪੰਜਾਬ ਦੇ ਮਸਲੇ ਹੈ। ਮੈਂ ਫਿਰ ਕਹਿਣਾ, ਚਾਹੇ ਉਹ ਬੇਅਦਬੀ ਦਾ ਹੈ, ਚਾਹੇ ਉਹ ਸਕਾਲਰਸ਼ਿਪ ਦਾ ਹੈ, SC BC ਦਾ ਮਸਲਾ ਹੈ, ਬੇਜ਼ਮੀਨੇ ਕਿਸਾਨ ਦਾ ਮਸਲਾ ਹੈ, ਗਰੀਬ ਬ੍ਰਾਹਮਣ ਖੱਤਰੀ ਦਾ ਮਸਲਾ ਹੈ। ਜਿਹੜੇ ਗਰੀਬ ਹੈ, ਜਿਹੜੇ ਅਣਗੌਲੇ ਰਹੇ ਨੇ, ਜਿਨ੍ਹਾਂ ਵਾਸਤੇ ਮੈਨੀਫੈਸਟੋ 'ਚ ਬੜਾ ਕੁਝ ਕਿਹਾ ਗਿਆ ਸੀ, ਉਹ ਪੂਰੇ ਨਹੀਂ ਹੋਏ। ਡਰੱਗ ਦਾ ਮਸਲਾ, ਮਾਈਂਡ ਮਾਫੀਆ ਦੀ ਗੱਲ ਹੈ। ਇਹ ਤੁਹਾਡਾ ਸਵਾਲ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਨੂੰ ਹੀ ਜਾਂਦਾ ਹੈ, ਕਿਉਂਕਿ 4.5 ਮੈਂ ਤਾਂ ਪਹਿਲੀ ਮੀਟਿੰਗ, ਜਦੋਂ ਰਾਜ ਸਭਾ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਬੁਲਾਈ ਸੀ 17 'ਚ, MLA ਸਭਾਨ MP, ਉੱਥੇ ਵੀ ਮੈਂ ਇਹ ਕਿਹਾ ਵੀ ਸਾਨੂੰ ਬਾਦਲਾਂ ਦੇ ਮਾਫੀਆ ਰਾਜ ਕਹਿਣ ਤੋਂ ਬਾਅਦ ਸਾਨੂੰ ਰਾਜ ਦਿੱਤਾ ਲੋਕਾਂ ਨੇ, ਪੰਜਾਬ ਦਿਆਂ ਨੇ। ਉਹਨਾਂ ਨੇ ਭਰੋਸਾ ਕੀਤਾ, ਭਰੋਸਾ ਵੀ ਕੀਤਾ ਸੀ ਗੁਟਕਾ ਸਾਹਿਬ ਹੱਥ 'ਚ ਚੱਕ ਕੇ। ਪਾਰਟੀ ਦਾ ਲੀਡਰ ਜਦੋਂ ਕੋਈ ਇਹ ਸਹੁੰ ਖਾਂਦਾ ਤਾਂ ਉਹ ਵਿਸ਼ਵਾਸ ਕਰਦੇ ਨੇ। ਅਸੀਂ ਉਹਨਾਂ ਲੋਕਾਂ ਦੇ ਕੀਤੇ ਵਾਅਦੇ ਨਾਲ ਵਿਸ਼ਵਾਸਘਾਤ ਨਾਲ ਲੋਕਾਂ ਨਾਲ ਵੀ ਕਰ ਰਹੇ ਹੈ ਅਤੇ ਗੁਰੂਆਂ ਨਾਲ ਵੀ ਕਰ ਰਹੇ ਹੈ। ਚਲੋ ਤੁਹਾਡੇ ਸਵਾਲਾਂ 'ਤੇ ਆਈਏ ਆਪਾਂ। ਤੁਹਾਡਾ ਕਹਿਣ ਦਾ ਮਤਲਬ ਹੈ, ਤੁਹਾਡਾ ਤਾਂ ਪੁਰਾਣੀ ਉਹੀ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੇ ਲੋਕਾਂ ਦੀ ਗੱਲ ਹੈ, ਪੰਜਾਬ ਦੇ ਉਸ ਵਰਗਾਂ ਦੀ ਗੱਲ ਹੈ ਜਿਨ੍ਹਾਂ ਨੂੰ ਹਾਸ਼ੀ 'ਤੇ ਰੱਖਿਆ ਗਿਆ। ਹਮੇਸ਼ਾ ਹਰ ਪਾਰਟੀਆਂ ਰੱਖਦੀਆਂ ਨੇ, ਅਤੇ ਕਿਤੇ ਨਾ ਕਿਤੇ ਕਾਂਗਰਸ ਵੀ ਉਹ 'ਚ ਭਾਗੀਦਾਰੀ ਪਾਉਂਦੀ ਲੱਗ ਰਹੀ ਹੈ। ਤੁਸੀਂ ਫਿਰ ਇਹ ਦੱਸੋ ਵੀ ਜਿਹੜੀ ਹੁਣ ਗੱਲ ਚੱਲ ਰਹੀ ਹੈ, ਮੁੱਖ ਮੰਤਰੀ ਬਦਲੋ ਜਾਂ ਪ੍ਰਧਾਨ ਬਦਲੋ ਜਾਂ ਵਜ਼ੀਰੀਆਂ ਨੂੰ ਬਦਲੋ, ਕੀ ਇਹ ਤੁਸੀਂ ਰੱਖਦੇ ਹੋ ਵੀ ਬਦਲਣਾ ਚਾਹੀਦਾ ਸਾਰਾ ਕੁਝ, ਉਹ 'ਚ ਹੱਲ ਹੋ ਜਾਊਗਾ ਸਾਰਾ ਕੁਝ? ਦੇਖੋ, ਜਾਂ ਹੱਲ ਵੱਲ ਤੁਰ ਪਏਗਾ? ਸਵਾਲ ਇਹ ਹੈ, ਇਹ ਮਸਲੇ ਮੈਂ ਸਮਝਦਾ ਕਿ ਇੰਨਾ ਅਸੀਂ ਪਾਰਟੀ ਦਾ ਗ੍ਰਾਫ ਆਪਣਾ ਕਾਫੀ ਲੋਅਰ ਲੈਵਲ 'ਤੇ ਚਲਿਆ ਗਿਆ ਸਾਡਾ। ਲੋਕਾਂ 'ਚ ਨਿਰਾਸ਼ਾ ਬਹੁਤ ਹੈ, ਹਰ ਵਰਗ 'ਚ ਹੈ। ਜੇ ਤੇ ਆਪਾਂ ਕਿਸੇ ਬੇਜ਼ਮੀਨੇ ਜੱਟਾਂ 'ਚ ਵੀ ਹੈ, ਬੈਕਵਰਡ ਕਲਾਸ 'ਚ ਵੀ ਹੈ, ਮੁਸਲਿਮ ਭਾਈਚਾਰੇ 'ਚ ਵੀ ਹੈ, ਕ੍ਰਿਸਚਨਾਂ 'ਚ ਵੀ ਹੈ, ਹਿੰਦੂਆਂ 'ਚ ਵੀ ਹੈ, ਵਪਾਰੀਆਂ 'ਚ ਵੀ ਹੈ, ਮੁਲਾਜ਼ਮਾਂ 'ਚ ਵੀ ਹੈ, ਕੱਚਿਆਂ 'ਚ ਹਾਲਾਤ ਨੇ। ਇੱਕ ਜਿਹੜੇ ਆਪਾਂ ਕਹਿੰਦੇ ਹਾਂ ਵੀ ਕਿਸੇ ਬਦਲਾਅ ਦੀ ਗੱਲ ਹੈ, ਉਹ ਸਮਾਂ ਤਾਂ ਮੈਂ ਸਮਝਦਾ ਹੈ ਇਹ ਤਾਂ ਇੱਕ ਐਕਸਪੈਰੀਮੈਂਟ ਹੁੰਦਾ ਵੀ ਇਹ ਨਹੀਂ ਤੇ ਇਹ ਸ਼ਾਇਦ ਕਰ ਦੇਵੇ, ਪਰ ਮਸਲੇ ਤਾਂ ਉੱਥੇ ਹੀ ਖੜੇ ਨੇ। ਪਰ ਸਵਾਲ ਹੈ ਵੀ ਮੌਜੂਦਾ ਸੈਟਅਪ ਨੇ ਜੋ ਕਰਨਾ ਚਾਹੀਦਾ ਸੀ ਨਹੀਂ ਕੀਤਾ ਉਹ ਵੱਖਰੀ ਗੱਲ ਹੈ। ਜਿਹੜਾ ਹੁਣ ਐਡਾ ਵੱਡਾ ਪ੍ਰਕਿਰਿਆ ਚੱਲੀ, ਅਲੱਗ-ਅਲੱਗ ਬੰਦੇ, ਅਲੱਗ-ਅਲੱਗ ਲੀਡਰ ਨੂੰ ਬੁਲਾਇਆ ਗਿਆ, ਅਲੱਗ-ਅਲੱਗ ਆਗੂ ਨੂੰ ਬੁਲਾਇਆ ਗਿਆ, ਐਂਡ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੁਲਾਇਆ ਗਿਆ। ਸਾਰੇ ਸਵਾਲ ਖੜੇ ਹੋਏ ਤਾਂ ਹੀ ਬੁਲਾਇਆ ਗਿਆ। ਕੀ ਇਹ ਹੁਣ ਬਦਲਾਅ ਵੱਲ ਚੱਲ ਪਊਗਾ? ਇਹ ਤਾਂ ਫੈਸਲਾ ਤਾਂ ਦੇਖੋ ਪੰਜਾਬ ਦੇ ਸਾਰੇ ਲੈਜਿਸਲੇਚਰ ਸਾਹਿਬਾਨ ਨੇ, ਲੀਡਰ ਸਾਹਿਬਾਨ ਨੇ, ਜਿੰਨੇ ਵੀ ਹੈ, MP ਜਾਂ ਐਕਸ ਪ੍ਰੈਜ਼ੀਡੈਂਟ ਹੈ ਜਾਂ ਚੁਣਾਓ ਜਿਹੜੇ ਹਾਲ 'ਤੇ ਸੀਨੀਅਰ ਐਕਸ ਮਿਨਿਸਟਰ ਜਿਹੜੇ ਸੈਂਟਰ ਦੇ ਨੇ, ਉਹਨਾਂ ਨੇ ਆਪਣਾ ਵਿਊ ਦੇ ਦਿੱਤਾ ਇਹਨਾਂ ਦੀ 3 ਮੈਂਬਰੀ ਕਮੇਟੀ ਨੂੰ। ਇਹਨਾਂ ਨੇ ਹੁਣ ਇਹ ਕਮੇਟੀ ਬਹੁਤ ਸਿਆਣੀ ਹੈ, ਪੁਰਾਣੇ ਮੈਚਿਓਰ ਲੀਡਰ ਨੇ। ਇਹ ਕਿਆ ਰਿਪੋਰਟ ਕਰਦੇ ਨੇ ਮੈਨੂੰ ਜ਼ਰੂਰ ਹੈ ਕਾਂਗਰਸ ਦੀ ਰਿਵਾਈਵਲ ਵੱਲ, ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ। ਰਾਜ ਦੀ ਗੱਲ ਤਾਂ ਆਪਾਂ ਵੱਖਰੀ ਕਰੀਏ ਕਿ ਰਾਜ ਦੁਆਰਾ ਕਿਵੇਂ ਆਊਗਾ, ਇਹ ਤਾਂ ਕਰਿਸ਼ਮਾ ਹੀ ਹੋਊਗਾ, ਕਿਉਂਕਿ ਹਾਲਾਤ ਐਸੇ ਇੰਨੇ ਵਿਗੜ ਚੁੱਕੇ ਨੇ ਪੰਜਾਬ ਦੇ। ਇਹ ਕਮੇਟੀ ਹੈ ਵੀ ਕਾਂਗਰਸਮੈਨ ਜਿਹੜਾ ਕਾਰਨਰ ਕੀਤਾ ਹੋਇਆ ਹੈ, ਕਾਂਗਰਸ ਤੋਂ ਨਾਰਾਜ਼ ਹੋ ਕੇ ਜਾਂ ਨਾਰਾਜ਼ ਕਰਕੇ ਕਾਂਗਰਸ ਨੂੰ ਕੋਈ ਐਸਾ ਐਲੀਮੈਂਟ ਕਾਂਗਰਸ 'ਚ ਆ ਗਿਆ ਜਿਹਨੇ ਕਾਰਨਰ ਕਰਤੇ, ਜਿਹੜੇ ਟਕਸਾਲੀ ਸੀ
ਉਹ ਕਿਵੇਂ ਲਿਆਉਣਗੇ, ਵਾਪਸ ਲਿਆਉਣ ਦੀ ਗੱਲ ਕੀਤੀ ਹੈ, ਅਸੀਂ ਸਾਰੀਆਂ ਗੱਲਾਂ ਕੀਤੀਆਂ। ਜੀ। ਮਾਫੀਆ ਦੀ ਵੀ ਗੱਲ ਕੀਤੀ ਹੈ, ਸਕਾਲਰਸ਼ਿਪ ਦੀ ਵੀ ਗੱਲ ਕੀਤੀ ਹੈ, ਜੀ। ਇਲੀਗਲ ਸ਼ਰਾਬ ਨਾਲ ਮਰੇ 136 ਬੰਦਿਆਂ ਦੀ ਵੀ ਗੱਲ ਕੀਤੀ ਹੈ। ਜੀ। ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਇਹ ਹੈ ਵੀ ਜਿਹੜੀ ਇਹ ਕਮੇਟੀ ਹੈ ਕਾਫੀ ਮੈਚਿਓਰ ਨੇ, ਤਜਰਬੇਕਾਰ ਨੇ। ਜੀ। ਇਹਨਾਂ ਨੇ ਸੋਨੀਆ ਗਾਂਧੀ ਜੀ ਨੂੰ ਰਿਪੋਰਟ ਦੇਣੀ ਹੈ। ਸ਼ਾਇਦ ਅੱਜ ਦੇਣੀ ਸੀ, ਦੇਤੀ। ਅਜੇ ਕਹਿੰਦੇ ਸੀ ਵੀ ਦੇਣੀ ਹੈ ਪਰ ਨਹੀਂ ਦਿੱਤੀ ਗਈ, ਮੈਨੂੰ ਲੱਗਦਾ ਹੈ। ਅੱਛਾ ਜੀ। ਸ਼ਾਇਦ ਕੱਲ੍ਹ ਦੇ ਦੇਣ। ਅੱਛਾ ਜੀ। ਉਹਦੇ ਬਾਅਦ ਕਿਆ ਉਹ ਡਿਸੀਜਨ ਲੈਂਦੇ ਨੇ। ਹਾਲਾਤ ਤਾਂ ਬਹੁਤ ਜਾਣੀ ਕਹਿ ਸਕਦੇ ਹਾਂ ਬਹੁਤ ਘਿਨਾਉਣੇ ਨੇ ਇਸ ਲੈਵਲ 'ਤੇ, ਪਾਰਟੀ ਦੇ, ਸਰਕਾਰ ਦੇ ਵੀ, ਜੀ। ਲੋਕਾਂ 'ਚ ਮਾਯੂਸੀ ਆ ਹਰ ਵਰਗ 'ਚ। ਉਹਨੂੰ ਕਿਵੇਂ ਕੌਣ ਕੀ ਕਰ ਸਕਦਾ ਹੈ, ਇਹਦੇ ਬਾਰੇ ਫੈਸਲਾ ਤਾਂ ਦਿੱਲੀ ਵਾਲਿਆਂ ਨਹੀਂ ਕਰਨਾ। ਚਲੋ, ਕਮੇਟੀ ਨੇ ਆਪਦੀ ਰਿਪੋਰਟ ਅੱਜ ਦੇਣੀ ਹੈ ਜਾਂ ਅੱਜ ਦੇਤੀ ਜਾਂ ਕੱਲ੍ਹ ਦੇਣੀ ਹੈ, ਉਹਦੇ ਵਿੱਚ ਤੁਸੀਂ ਮੰਨਦੇ ਹੋ ਵੀ ਇਹ ਹਾਈ ਕਮਾਂਡ ਤੋਂ ਇਹ ਹਾਲਾਤ ਕੈਪਟਨ ਦੀ ਅਗਵਾਈ ਵਿੱਚ ਸੁਧਰ ਸਕਦੇ, ਸ਼ਾਇਦ ਨਿਰਦੇਸ਼ ਦਿੱਤੇ ਹੋਵੇ ਕੋਈ ਹਾਈ ਕਮਾਂਡ, ਜਾਂ ਇਹਦੇ ਬਦਲਾਅ 'ਚ ਕੁਝ ਦੇਖੋ ਟੀਮ ਪ੍ਰਧਾਨ ਬਦਲੇ ਜਾਣ ਜਾਂ ਕੁਝ ਹੋਰ। ਜਿਹੜਾ ਕਪਤਾਨ ਹੁੰਦਾ ਨਾ ਜੀ, ਸਿਹਰਾ ਜੇ ਜਿੱਤ ਜਵੇ ਉਹ ਸਿਹਰਾ ਵੀ ਉਹਨੂੰ ਹੀ ਜਾਂਦਾ ਹੈ। ਜਦੋਂ ਜੇ ਟੀਮ ਹਾਰ ਜਾਂਦੀ ਹੈ ਤਾਂ ਸਿਹਰਾ ਉਹਨੂੰ ਲੋਕ ਦੂਸਰੀ ਨਿਗਾਹ ਨਾਲ ਦੇਖਦੇ ਨੇ। ਹੁਣ ਤੱਕ ਤਾਂ ਫਿਰ ਸਿਹਰਾ ਅਕਾਊਂਟੇਬਿਲਟੀ, ਪਰ ਜ਼ਿੰਮੇਵਾਰੀ ਤਾਂ ਇਹ ਸਾਰੀ ਜਿਹੜਾ ਟੀਮ ਦਾ ਪੰਜਾਬ ਸਰਕਾਰ ਦਾ ਮੋਢੀ ਹੈ। ਜੀ। ਜੋ ਕੁਝ ਵਾਪਰ ਰਿਹਾ ਹੈ, ਜੀ, ਜੋ ਕੁਝ ਪੰਜਾਬ 'ਚ 4 ਸਾਲ ਹੁੰਦਾ ਹੈ, ਜੀ, ਉਹਦੇ 'ਚ ਕਲੈਕਟਿਵ ਸਾਰੇ ਮਿਨਿਸਟਰ ਕਲੈਕਟਿਵਲੀ ਜ਼ਿੰਮੇਵਾਰ ਨੇ। ਵਿੱਚ MLA ਵੀ ਜ਼ਿੰਮੇਵਾਰ ਹੈ, ਚੀਫ ਮਿਨਿਸਟਰ ਵੀ ਜ਼ਿੰਮੇਵਾਰ ਹੈ, ਸਾਰੇ ਜ਼ਿੰਮੇਵਾਰ ਨੇ ਲੋਕ। ਯਾਨੀ ਕਿ ਸਾਰੇ ਜ਼ਿੰਮੇਵਾਰ ਆ, ਸਭ ਨੂੰ ਕੁਛ ਨਾ ਕੁਛ। ਪਾਰਟੀ ਤਾਂ ਬਦਨਾਮ ਹੋ ਰਹੀ ਆ। ਪਾਰਟੀ ਅਗਲਾ ਕਹਿੰਦਾ ਕਾਂਗਰਸ, ਜੀ, ਕਾਂਗਰਸ ਦੀ ਤਾਂ ਗੱਲਬਾਤ ਹੀ ਨਹੀਂ ਹੈ। ਮਾਫ ਕਰਨਾ, ਹਾਂ, ਜਿਹੜੀ ਕਾਂਗਰਸ ਨੂੰ ਤੁਸੀਂ ਸਮਝਦੇ ਹੋ, ਜਿਹੜੀ ਕਾਂਗਰਸ ਜਿਹੜੀ ਟ੍ਰੈਡੀਸ਼ਨਲ ਕਾਂਗਰਸ ਸੀ ਦੀ ਕਿਸੇ ਟਾਈਮ ਨਹਿਰੂ ਗਾਂਧੀ ਦੀ ਕਾਂਗਰਸ, ਉਹ ਤਾਂ ਕਾਂਗਰਸ ਹੀ ਨਹੀਂ ਰਹੀ। ਸੋ ਹੁਣ ਵੀ ਉਸ ਦੇ ਪਰਿਵਾਰ 'ਚ ਹੈਗੇ ਨੇ, ਰਾਹੁਲ ਨੇ, ਪ੍ਰਿੰਕਾ ਨੇ, ਸੋਨੀਆ ਜੀ, ਚਲੋ ਆਪਾਂ ਮੰਨ ਲੈਂਦੇ ਬਾਹਰੋਂ ਆਏ ਨੇ। ਮੈਂ ਕਹਿੰਦਾ ਕਲਚਰ ਬਦਲ ਚੁੱਕਿਆ, ਕਲਚਰ ਬਦਲ ਚੁੱਕਿਆ। ਵਪਾਰ ਬਣ ਗਿਆ, ਬਿਜ਼ਨਸ ਬਣ ਗਈ ਇਹ ਸਿਆਸਤ। ਉਹਨਾਂ ਨੇ ਉਹ ਭਾਰੂ ਹੋ ਗਏ ਨੇ। ਹਾਂ, ਪਰ ਚਲੋ ਬਿਜ਼ਨਸ ਦੀ 7 ਸਟਾਰ ਕਲਚਰ ਆ ਗਿਆ, ਹਾਈ ਫਾਈ ਕਲਚਰ ਆ ਗਿਆ। ਨਹੀਂ, ਕਲਚਰ ਵੀ ਬਦਲ ਗਿਆ। ਇੱਕ ਮੇਰੇ ਹਿਸਾਬ ਨਾਲ ਸੱਤਾ ਇੱਕ ਉਦਯੋਗ ਬਣ ਗਈ ਹੈ, ਜਿਵੇਂ ਕਿ ਬਿਜ਼ਨਸ ਬਣ ਗਿਆ। ਮੈਂ ਕਹਿੰਦਾ ਬਿਜ਼ਨਸ, ਹਾਂ ਬਿਜ਼ਨਸ। ਚਲੋ ਇਹ 'ਚ ਕੁਛ ਐਸੇ ਵਪਾਰੀ ਆ ਗਏ, ਹਾਂਜੀ, ਕਰੋੜਾਪਤੀ। ਅੱਗੇ ਸਧਾਰਨ MLA ਬਣ ਜਾਂਦੇ ਤੇ, ਜਿਵੇਂ ਮੇਰੇ ਵਰਗਾ ਬਣਿਆ। ਹਾਂਜੀ, ਗਿਆਨੀ ਜੈਲ ਸਿੰਘ ਜੀ ਵੀ ਬਣੇ। ਹਾਂਜੀ, ਹਾਂਜੀ, ਐਸੇ ਬਹੁਤ ਸੇ ਐਸੇ ਨੇ ਜਿਹੜੇ ਲੀਡਰ ਬਣੇ ਨੇ, ਜੀ, ਜਿਹੜੇ ਕਿ ਲੋਕਾਂ ਦੇ ਨਾਲ ਜੁੜੇ ਤੇ, ਜ਼ਮੀਨੀ ਨਾਲ। ਉਹਨਾਂ 'ਚ ਲੋਕਾਂ ਦਾ ਦਰਦ ਸੀ। ਹੁਣ ਇਹ ਵਪਾਰ ਬਣ ਗਿਆ। ਹਾਂ, ਚਲੋ ਵਪਾਰ ਬਣ ਗਿਆ। ਇੱਕ ਗੱਲ ਹੋਰ ਵੀ ਹੈ, ਕਾਂਗਰਸ ਜਦੋਂ ਇੱਕ ਸਰਕਾਰ ਪਹਿਲਾਂ ਆਈ ਸੀ ਉਦੋਂ ਵੀ ਇੱਕ ਵਪਾਰ ਦੀ ਗੱਲ ਕਰੀਏ ਤਾਂ ਹੁਣ ਵਪਾਰ ਦਾ ਇੱਕ ਮੈਨੇਜਮੈਂਟ ਕਰਨ ਵਾਸਤੇ ਪ੍ਰਸ਼ਾਂਤ ਕਿਸ਼ੋਰ ਵਰਗੇ ਬੰਦੇ ਨੂੰ ਹਾਇਰ ਕੀਤਾ ਜਾਂਦਾ ਹੈ, ਤੇ ਉਹਦਾ ਇੱਕ ਯੋਜਨਾਬੰਦੀ ਹੋਊਗੀ। ਲੋਕਾਂ ਦੀ ਗੱਲ ਤਾਂ ਨਹੀਂ ਹੋਊਗੀ। ਗੱਲ ਇਹ ਹੈ, ਹੁਣ ਫੇਰ ਹਾਇਰ ਕਰ ਲਿਆ ਗਿਆ, ਗੱਲ ਚੱਲ ਗਈ ਹੈ। ਹੁਣ ਵੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਆ। ਪੋਸਟਰ ਤਾਂ ਇਸ ਤਰ੍ਹਾਂ ਦੀ ਹੋ ਗਏ ਨੇ ਕਿ ਚਲੋ ਮੈਂ ਗੱਲ ਕਿਸੇ ਹੋਰ 'ਤੇ ਕਰਨੀ ਸੀ, ਤੁਹਾਡੇ ਵਪਾਰ ਵਾਲੀ ਗੱਲ ਨਾਲ ਜੋੜਦਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਹੁਣ ਫੇਰ ਲੱਗ ਕੇ ਸਾਡਾ ਸਾਰਿਆਂ ਦਾ ਸਾਂਝਾ ਨਾਅਰਾ ਕੈਪਟਨ ਦੁਬਾਰਾ। ਇਹ ਤਾਂ ਫਿਰ ਇੱਕ ਯੋਜਨਾਬੰਦੀ ਹੋ ਗਈ। ਪ੍ਰਸ਼ਾਂਤ ਕਿਸ਼ੋਰ ਦੀ ਉਹਦਾ ਕੇਸ ਵੀ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ, ਉਹਦਾ ਫੈਸਲਾ ਆਉਣ ਵਾਲਾ ਹੈ। ਅਤੇ ਜਦੋਂ ਆਪਾਂ ਯੋਜਨਾਬੰਦੀ ਨਾਲ ਕੰਮ ਕਰਦੇ ਹਾਂ, ਫਿਰ ਵਾਅਦਿਆਂ ਦੀ ਜਾਂ ਲੋਕਾਂ ਦੇ ਹੱਕਾਂ ਦੀ ਗੱਲ ਤਾਂ ਪਾਸੇ ਰਹਿ ਜਾਂਦੀ ਹੈ। ਯਾਨੀ ਕਿ ਪਿਛਲੀ ਸਰਕਾਰ ਦੀ ਬੁਨਿਆਦ ਹੀ ਵਪਾਰ 'ਤੇ ਹੈ। ਨਹੀਂ, ਆਪਾਂ ਇਸ ਮਨ ਨੂੰ ਮੰਨ ਲਈਏ ਵੀ ਜਿਹੜੇ ਨਾਅਰੇ ਹੈ ਇਹੀ ਸਰਕਾਰ ਬਣਾ ਦਿੰਦੇ ਨੇ। ਇਹ ਕਾਠ ਦੀ ਹਾਂਡੀ ਜਿਹੜੀ ਬਾਰ-ਬਾਰ ਨਹੀਂ ਚੜ੍ਹਦੀ। ਯਾਨੀ ਕਿ ਐਤਕੀ ਕੁਝ ਨਹੀਂ ਹੋਣਾ। ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਫਾਰਮੂਲਾ ਸੀ ਇੱਕ ਉਹ ਤਾਂ ਚੱਲ ਗਿਆ। ਹੁਣ ਉਹ ਪ੍ਰਸ਼ਾਂਤ ਕਿਸ਼ੋਰ ਲੋਕਾਂ 'ਚ ਕਿਹੜੇ ਮੂੰਹ ਨਾਲ ਜਾਊਗਾ ਵੀ ਜੋ ਪਹਿਲਾਂ ਕਹਿ ਗਿਆ ਵੀ ਕਾਫੀ ਵਿਦ ਕੈਪਟਨ, ਇਹੋ ਜਿਹੇ ਨਾਅਰੇ ਬੜੇ ਤੇ ਚਾਹੁੰਦਾ ਹੈ ਪੰਜਾਬ। ਇਹ ਨਹੀਂ, ਫਿਰ ਇਹਦਾ ਕੰਮ ਮੇਰਾ ਖਿਆਲ ਹੈ ਕੰਮ ਵੀ ਤਾਂ ਹੀ ਨਹੀਂ ਕੀਤੇ। ਹਾਂ, ਇਹ ਗੱਲ ਹੋ ਗਈ ਨਾ ਜੀ। ਹਾਂ, ਇਹ ਸੋਚ ਬਣ ਗਈ ਵੀ ਜਦੋਂ ਇਲੈਕਸ਼ਨ ਆਉਣਗੇ ਪ੍ਰਸ਼ਾਂਤ ਨੂੰ ਦੁਬਾਰਾ ਬੁਲਾ ਲਾਂਗੇ। ਕਿਆ ਜ਼ਰੂਰਤ ਆ ਕੰਮ ਕਰਨ ਦੀ? ਜੀ, 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 ਲੋਕਾਂ ਨੂੰ ਬੇਵਕੂਫ ਬਣਾਓ। ਹਾਂਜੀ, ਲੋਕ ਮੂਰਖ ਬਣਦੇ ਨੇ, ਅੱਗੇ ਬਣ ਗਏ। ਮੈਨੂੰ ਨਹੀਂ ਲੱਗਦਾ ਬਾਰ-ਬਾਰ ਬਣਨਗੇ। ਚਲੋ, ਜਾਨੀ ਐਤਕੀ ਤੁਹਾਡੇ ਕਹਿਣ ਦੀ ਗੱਲ ਸਮਝ ਗਿਆ ਵੀ ਐਤਕੀ ਲੋਕ ਮੂਰਖ ਨਹੀਂ ਬਣਦੇ, ਬਣਨਾ ਵੀ ਨਹੀਂ ਚਾਹੀਦਾ। ਸਿਆਣੇ, ਇਹ ਗਲਤੀ ਲੋਕਾਂ ਦੀ ਹੁੰਦੀ ਹੈ ਜੀ। ਲੋਕਾਂ ਨੂੰ ਚਾਹੀਦਾ ਸਿਆਣਪ ਨਾਲ ਕੰਮ ਲੈਣ, ਚੰਗੇ ਬੰਦੇ ਲਿਆਉਣ ਜੀ, ਚੰਗੇ ਲੋਕਾਂ ਨੂੰ ਅੱਗੇ ਲਿਆਉਣ। ਇਹ ਜਿਹੜਾ ਨੰਗਾਰ ਆਇਆ ਕਰਨਾ, ਮਾਫੀਆ ਟਾਈਪ ਲੋਕ ਆਏ ਆ, ਇਹ 'ਚ ਜੇ ਕੋਈ ਪਾਰਟੀਆਂ ਜ਼ਿੰਮੇਵਾਰ ਨੇ, ਲੋਕ ਵੀ ਜ਼ਿੰਮੇਵਾਰ ਨੇ। ਜੀ, ਉਹਨਾਂ ਦੀ ਸਿਲੈਕਸ਼ਨ ਮਾੜੀ ਹੈ ਜੀ, ਉਹ ਵੀ ਇਸ ਵਿੱਚ ਆ ਜਾਂਦੇ ਨੇ। ਫਿਰ ਉਹ ਕੀ ਭਾਲਦੇ ਨੇ? ਹਾਂਜੀ, ਹਾਂਜੀ, ਉਹ ਕੀ ਭਾਲਦੇ ਨੇ? ਠੀਕ ਹੈ ਜੀ। ਚਲੋ ਆਪਾਂ ਅਗਲੀ ਗੱਲ ਕਰਦੇ ਹਾਂ।
ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲਾਸਟ ਤੇ ਗਏ, ਆਪਦੀ ਗੱਲਬਾਤ ਰੱਖ ਕੇ। ਉਸ ਤੋਂ ਬਾਅਦ ਖਾਮੋਸ਼ੀ ਐਸੀ ਸਾਈ। ਸਿੱਧੂ ਸਾਹਿਬ ਜਿਹੜੇ ਰੋਜ਼ਾਨਾ ਟਵੀਟ ਕਰਦੇ ਸੀ, ਉਹਨਾਂ ਨੇ ਟਵੀਟ ਬੰਦ ਕਰਤੇ। ਜਿਹੜੇ ਬਿੱਟੂ ਸਾਹਿਬ ਰੋਜ਼ਾਨਾ ਬੋਲਦੇ ਸੀ, ਉਹ ਕੱਲ ਤਿੰਨ ਆਪਣੇ ਸਾਥੀਆਂ ਨਾਲ ਮਿਲ ਕੇ ਆਏ ਆ, ਉਹਨਾਂ 'ਚੋਂ ਲਾਲੀ ਨੂੰ ਇੱਕ ਚੇਅਰਮੈਨਸ਼ਿਪ ਦੇਤੀ। ਸਾਰੀਆਂ ਗੱਲਾਂ ਹੋ ਗਈਆਂ। ਕੈਪਟਨ ਸਾਹਿਬ ਨੇ ਪੱਤੇ ਖੋਲ੍ਹਣੇ ਨਹੀਂ ਸ਼ੁਰੂ ਕਰ ਦਿੱਤੇ ਤੇ ਤੁਹਾਨੂੰ ਬਦਲਾਅ ਹੋਰ ਨਹੀਂ ਨਜ਼ਰ ਆ ਰਿਹਾ ਕਿ ਹੁਣ ਧੜੇਬੰਦੀ ਉੱਧਰ ਚੱਲ ਪਈ? ਦੇਖੋ, ਲੌਬੀ ਹੁੰਦੀ ਹੈ, ਯਾਨੀ ਲੌਬੀ ਇਸ ਤਰ੍ਹਾਂ ਹੁੰਦੀ ਦੀ ਹੈ। ਚੇਂਜਿੰਗ ਹੁਣ ਸ਼ੁਰੂ ਨਹੀਂ, ਲੌਬੀ ਹੁੰਦੀ ਹੈ। ਹਾਂਜੀ, ਲੌਬੀ ਹੁੰਦੀ ਹੈ। ਹੁਣ ਲੌਬਿੰਗ ਚੱਲ ਪਈ, ਇਹ ਲੌਬੀ ਹੀ ਹੁੰਦੀ ਹੈ। ਯਾਨੀ ਕੈਪਟਨ ਫੇਰ ਹਾਵੀ ਹੋ ਰਹੇ। ਹਾਵੀ ਤਾਂ ਦੇਖੋ, ਇੱਥੇ ਹਾਵੀ ਪਾਰਟੀ ਸਾਡੀ 'ਚ ਹਾਵੀ ਜਾਂ ਨਾ ਹਾਵੀ ਇਹ ਨਹੀਂ ਚੱਲਦਾ ਹੁੰਦਾ ਜੀ। ਇਹ ਦਿੱਲੀ ਵਾਲਿਆਂ ਨੇ ਜਿਹਨੂੰ ਬਣਾਉਣਾ ਲਾਉਣਾ ਉਹਨਾਂ ਦੀ ਮਰਜ਼ੀ ਹੁੰਦੀ ਹੈ। ਜੀ ਜੀ ਜੀ, ਹਾਂ, ਵੀਰ ਦਵਿੰਦਰ ਜੀ ਕਹਿੰਦੇ ਹੁੰਦੇ, ਦੱਸਦੇ ਹੁੰਦੇ। ਹਾਂਜੀ, ਇਹ ਦਿੱਲੀ ਵਾਲਿਆਂ ਦੀ ਮਰਜ਼ੀ ਹੈ। ਹਾਂਜੀ ਇੱਥੇ ਜਿਹੜੇ ਮੈਜੋਰਟੀ ਲੈ ਕੇ ਆਉਂਦੇ ਨੇ, ਕਈ ਵਾਰੀ ਚੀਫ ਮਿਨਿਸਟਰ ਉਹ ਵੀ ਨਹੀਂ ਬਣਦੇ ਜੀ। ਬਾਹਰਲੀਆਂ ਸਟੇਟਾਂ 'ਚ ਇਸ ਤਰ੍ਹਾਂ ਨਾ ਹੋਇਆ ਹੈ। ਅੱਛਾ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਹਰਿਆਣੇ ਦਾ ਕੇਸ ਸੀ, ਹਾਂਜੀ। ਭਜਨ ਲਾਲ ਦੀ ਬਾਰੀ ਸੀ। ਭਜਨ ਲਾਲ ਨੂੰ ਨਹੀਂ, ਮੈਜੋਰਟੀ ਸਾਰੇ ਐਮਐਲਏ ਉਹਦੇ ਹੱਕ 'ਚ ਭੁਗਤੇ ਤੇ ਜੀ, ਪਰ ਹੁੱਡੇ ਨੂੰ ਬਣਾਤਾ ਸੀ। ਇਹੋ ਜਿਹਾ ਮਸਾਲਾ ਇੰਡੀਆ 'ਚ ਬਹੁਤ ਨੇ ਸਾਡੀ ਪਾਰਟੀ 'ਚ। ਅੱਛਾ, ਚਲੋ ਜਿਹਨੂੰ ਬਣਾਉਣਾ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਬਣਾ ਲੈਂਦੇ ਨੇ। ਚਲੋ ਹੁਣ ਆਪਾਂ ਇੱਕ ਰੁਝਾਨ ਹੋਰ ਆ ਰਿਹਾ ਹੈ ਵੀ ਜੇ ਸੋਨੀਆ ਗਾਂਧੀ ਦੀ ਮੰਨੀ ਜਾਂਦੀ ਹੈ ਤਾਂ ਕੈਪਟਨ ਦੁਬਾਰਾ, ਜੇ ਰਾਹੁਲ ਦੀ ਜਾਂ ਪ੍ਰਿੰਕਾ ਦੀ ਮੰਨੀ ਜਾਂਦੀ ਹੈ ਫਿਰ ਸਿੱਧੂ ਨੂੰ ਕਿਤੇ ਨਾ ਕਿਤੇ ਇਹੋ ਜਿਹੇ ਅਹੁਦੇ 'ਤੇ ਲਗਾਇਆ ਜਾ ਸਕਦਾ ਹੈ। ਅਤੇ ਫਿਰ ਉਹਦੇ ਇੱਕ ਪੱਤਾ ਹੋਰ ਵੀ ਆ ਸਕਦਾ, ਜਿਹੜੀ ਚਰਚਾ 'ਚ ਹੈ ਕਿ 2 ਡਿਪਟੀ ਸੀਐਮ ਲੱਗ ਸਕਦੇ, ਇੱਕ ਦਲਿਤਾਂ 'ਚ ਹੋ ਸਕਦਾ, ਇੱਕ ਸਿੱਧੂ ਨੂੰ ਵੀ ਐਡਜਸਟ ਕੀਤਾ ਜਾ ਸਕਦਾ। ਪਰ ਇਹ ਕਿਤੇ ਨਾ ਕਿਤੇ ਤਜਰਬੇ ਕਾਂਗਰਸ ਦੇ ਵਧੀਆ ਨਹੀਂ ਰਹੇ, ਕਿਉਂਕਿ ਜੇ ਆਪਾਂ ਮੈਡਮ ਭੱਠਲ ਦੀ ਗੱਲ ਕਰੀਏ, 2 ਵਾਰੀ ਉਪ ਮੁੱਖ ਮੰਤਰੀ ਰਹੇ ਆ, ਬਰਾੜ ਨਾਲ ਲਗਾਇਆ ਗਿਆ, ਉੱਥੇ ਵੀ ਨਿਭੀ ਨਹੀਂ ਸੀ ਉਹਨਾਂ ਦੀ ਗੱਲ। ਹੁਣ ਤਾਂ 5-6 ਮਹੀਨੇ ਰਹਿ ਗਏ, ਪਹਿਲਾਂ ਚੱਲੀ ਆ ਰਹੀ ਹੈ ਕਿ ਕੀ ਤੁਹਾਨੂੰ ਲੱਗਦਾ ਕਿ ਹੁਣ ਇਹ ਜਿਹੜਾ ਮਾਂ ਜਿੱਤੇਗੀ ਜਾਂ ਭੈਣ ਭਰਾ ਜਿੱਤਣਗੇ? ਇਹ ਤਾਂ ਕੋਈ ਲੋਕਾਂ ਨੂੰ ਭੁਲੇਖਾ ਹੈ। ਭੁਲੇਖਾ ਜੀ? ਭੁਲੇਖਾ ਹੈ। ਇਹ ਪਰਿਵਾਰ ਇਕੱਠਾ ਹੈ। ਅੱਛਾ ਜੀ। ਇਹ ਗਲਤ ਫਹਿਮ ਹੈ। ਸਿਆਣੇ ਨੇ ਜੀ, ਨਹਿਰੂ ਖਾਨਦਾਨ ਦੇ ਵਿੱਚੋਂ ਨੇ ਜੀ, ਇਹ, ਲੋਕਾਂ ਦੀਆਂ ਆਪਣੀ ਬਣਾਈਆਂ ਹੋਈਆਂ ਕਹਾਣੀਆਂ ਨੇ। ਜੀ, ਸਾਰਾ ਪਰਿਵਾਰ ਇਕੱਠਾ ਹੈ। ਜੀ। ਸੋਨੀਆ ਗਾਂਧੀ ਦੀ ਰਹਿਨਮਾਈ 'ਚ ਸਾਰਾ ਕੁਝ ਡਿਸੀਜਨ ਹੁੰਦੇ ਨੇ। ਚਲੋ, ਇਹ ਵੀ ਤੁਹਾਡੀ ਗੱਲ ਮੰਨ ਲਈ ਕਿ ਸੋਨੀਆ ਗਾਂਧੀ ਦੀ ਜਿਹੜੇ ਹੈੱਡ ਆਫ ਦੀ ਫੈਮਿਲੀ ਹੈ ਉਹਨਾਂ ਦੇ ਹਿਸਾਬ ਨਾਲ ਚੱਲ ਰਿਹਾ। ਪਰ ਤੁਸੀਂ ਦੱਸੋ, ਇਹ ਸਾਰੇ ਜਿਹੜਾ ਪ੍ਰਕਿਰਿਆ ਚੱਲੀ, ਤੁਸੀਂ ਮੰਨਦੇ ਹੋ ਵੀ ਕੈਪਟਨ ਨੂੰ ਦੁਬਾਰਾ ਆਉਣਾ ਚਾਹੀਦਾ ਜਾਂ ਸਿੱਧੂ ਨੂੰ ਐਡਜਸਟ ਕਰਨਾ ਚਾਹੀਦਾ? ਕਾਂਗਰਸ ਕਿਵੇਂ ਰਿਵਾਈਵ ਕਰਨੀ ਹੈ? ਕੋਈ ਵੀ ਤਰੀਕਾ ਹੋ ਸਕਦਾ ਹੈ। ਕਾਂਗਰਸ ਦੀ ਰਿਵਾਈਵਲ ਕੌਣ ਕਰ ਸਕਦਾ ਹੈ, ਜੀ, ਕਿਹਨੇ ਕਰਨਾ ਹੈ, ਉਹ ਮੈਂ ਸਮਝਦਾ ਸੋਨੀਆ ਗਾਂਧੀ ਜੀ ਚੰਗਾ ਫੈਸਲਾ ਲੈਣਗੇ। ਨਹੀਂ, ਤੁਸੀਂ ਵੀ ਬਹੁਤ ਪੁਰਾਣੇ ਹੋ, ਇੰਨਾ ਟਕਸਾਲੀ ਕਾਂਗਰਸੀਆਂ 'ਚੋਂ ਹੈਗੇ ਹੋ, ਤੁਸੀਂ ਵੀ ਸਾਰੇ ਆਗੂਆਂ ਨਾਲ ਕੰਮ ਕੀਤਾ। ਤੁਸੀਂ ਸਾਬਕਾ ਪ੍ਰਧਾਨ ਵੀ ਹੋ ਤੁਸੀਂ ਕਾਂਗਰਸ ਦੇ, ਪੰਜਾਬ ਦੀ ਬਾਗਡੋਰ ਦੇਖੀ ਹੈ ਤੁਸੀਂ, ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਤੁਹਾਨੂੰ ਕਿਵੇਂ ਲੱਗਦਾ ਕਿ ਕੈਪਟਨ ਨੂੰ ਦੁਬਾਰਾ ਜਾਂ ਸਿੱਧੂ ਐਡਜਸਟ ਕਿਸੇ ਵੱਡੇ ਅਹੁਦੇ 'ਤੇ? ਦੇਖੋ, ਐਡਜਸਟਮੈਂਟ ਤਾਂ ਇਕੱਲੇ ਸਿੱਧੂ ਦੀ ਗੱਲ ਨਹੀਂ, ਬਹੁਤ ਸਾਰੇ ਐਸੇ ਕਾਂਗਰਸਮੈਨ ਨੇ ਜੀ ਜਿਹੜੇ ਇਗਨੋਰ ਹੋਏ ਹੋਏ ਨੇ। ਠੀਕ ਹੈ, ਸਿੱਧੂ ਨੂੰ ਐਡਜਸਟ ਕਰਨ ਜੀ, ਬਾਜਵਾ ਜੀ ਨੂੰ ਵੀ ਕਰਨ। ਮੈਂ ਕਹਿੰਦਾ ਕਿਉਂ ਬਾਜਵੇ ਦਾ ਹੱਕ ਨਹੀਂ ਬਣਦਾ? ਹਾਂ, ਬਾਜਵੇ ਨੇ 45 ਦਿਨ ਦਾ ਮੈਂ ਜਿਹੜੀ ਗੱਲ ਕਰਨਾ ਹੈ, ਬਾਜਵੇ ਦਾ ਵੀ ਹੱਕ ਬਣਦਾ ਹੈ, ਸੰਤੋਖ ਸਿੰਘ ਰੰਧਾਵੇ ਫੈਮਿਲੀ ਦਾ ਵੀ ਹੱਕ ਬਣਦਾ ਹੈ। ਜਿਹੜੇ ਟਕਸਾਲੀ ਕਾਂਗਰਸੀ ਨੇ, ਇਹਦਾ ਮਤਲਬ ਇਹ ਹੈ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ, ਉਹ ਜਿਹੜੇ ਖਾਸ ਤੌਰ ਸੋਨੀਆ ਗਾਂਧੀ, ਇਹ ਸਾਰੀ ਲੀਡਰਸ਼ਿਪ ਜਿਹੜੇ ਸਾਡੀ ਕਮੇਟੀ ਹੈ, ਉਹ ਆਪ ਵੀ ਸੀਨੀਅਰ ਕਾਂਗਰਸਮੈਨ ਨੇ। ਜੀ ਜੀ ਜੀ, ਉਹਨਾਂ ਦੇ ਸਾਰਾ ਜੀਵਨ ਲਾ ਲਿਆ। ਜੀ, ਕਾਂਗਰਸ ਕਿਵੇਂ ਰਿਵਾਈਵ ਹੋ ਸਕਦੀ ਹੈ? ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਜਿਹੜੇ ਘਰਾਂ 'ਚ ਬੈਠੇ ਨੇ, ਇਗਨੋਰ ਹੋਏ ਨੇ, ਜੀ ਜੀ, ਕਿਸੇ ਤਰ੍ਹਾਂ ਪਾਰਟੀ 'ਚ ਟਿਕਟਾਂ ਨਹੀਂ ਲੈ ਸਕਦੇ, ਜੀ ਜੀ, ਜਿਨ੍ਹਾਂ ਨੂੰ ਜਿਹੜੇ ਅਕਾਲੀ ਦਲ 'ਚ 12 'ਚ ਲੜੇ ਤੇ ਅਕਾਲੀ ਦਲ ਦੇ ਐਮਐਲਏ ਤੇ 17 'ਚ ਆ ਕੇ ਕਾਂਗਰਸ ਦੇ ਐਮਐਲਏ ਬਣ ਗਏ, ਦਲ ਬਦਲੂ ਬਹੁਤ ਆ ਗਏ। ਉਹ ਜਿਹੜੇ ਘਰਾਂ ਬੈਠੇ ਅੱਜ ਕਾਂਗਰਸ ਨੂੰ ਸਰਕਾਰ ਬਣਾਉਣ ਦੀ ਗੱਲ ਤਾਂ ਦੂਰ ਹੈ। ਹਾਂਜੀ, ਲੋਕਾਂ 'ਚ ਜਾਣ ਕੇ ਪਹਿਲਾ ਮਸਲਾ ਹੈ। ਪਹਿਲਾਂ ਤਾਂ ਜੇ ਪਾਰਟੀ ਸਟਰੋਂਗ ਹੋਊ ਤਾਂ ਹੀ ਸਰਕਾਰ ਹੋਊ। ਜੀ ਜੀ, ਜੇ ਪਾਰਟੀ ਉਹ ਸਟਰੋਂਗ ਨਹੀਂ, ਜੀ, ਆਪਾਂ ਕਿਹੜੇ ਸਫਲ ਲੈਂਦੇ ਹਾਂ ਸਰਕਾਰ 'ਤੇ? ਪ੍ਰਸ਼ਾਂਤ ਕੌਰ ਸ਼ੋਰ ਕਿਤੇ ਜਾ ਕੇ ਹੱਥ ਨਾਲ ਵੋਟਾਂ ਪਵਾ ਦੂਗਾ। ਹਾਂ, ਮਸਲਿਆਂ 'ਚ ਬਹੁਤ ਵੱਡਾ ਮਸਲਾ ਇੱਕ ਹੋਰ ਆਇਆ, ਜਿਹੜੇ ਆਪਣੇ ਹੈਲਥ ਮਿਨਿਸਟਰ ਨੇ, ਸਰਕਾਰ ਖੁਦ ਹੀ ਦਵਾਈਆਂ ਵੇਚਣ ਲੱਗ ਗਈ। ਤੇ ਕੀ ਮਹਾਮਾਰੀ ਦੇ ਸਮੇਂ? ਦੇਖੋ, ਇਹ ਗੱਲ ਗਲਤ ਹੈ। ਕਿਸੇ ਉੱਧਰ ਤਾਂ ਮਹਾਮਾਰੀ ਹੈ ਜੀ, ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਹੁਣ ਫਤਿਹ ਕਿੱਟ ਦਾ ਵੀ ਮਾਮਲਾ ਸਾਹਮਣੇ ਆ ਗਿਆ। ਇਹ ਤਾਂ ਹੁਣ ਜਦੋਂ ਕੋਈ ਇਨਕੁਆਰੀ ਹੋਊ, ਹੋਰ ਹੋਊ, ਇਹ ਚਰਚਾ ਹੀ ਹੈ, ਮੀਡੀਆ ਦੀ ਚਰਚਾ। ਕਿਉਂ ਜੀ ਚਰਚਾ ਕਿਉਂ? ਤੁਸੀਂ ਮੇਰੀ ਸਰਕਾਰ ਨੇ ਖੁਦ ਮੰਨਿਆ
ਸਰਕਾਰ ਕਹਿੰਦੀ ਫਿਰ ਇਹ ਮੈਂ ਸਮਝਦਾ ਇਹ ਡੋਜ਼ ਵੇਚਦੀ ਨਹੀਂ ਸੀ, ਉਹਨੇ ਵਾਪਸ ਲੈ ਲਾਂਗੇ। ਜੇ ਫਾਈਨੈਂਸ਼ੀਅਲ ਪ੍ਰੋਬਲਮ ਹੈ ਪੰਜਾਬ ਨੂੰ, ਜੀ ਦੇਖੋ ਇਹ ਸਮਝ ਤੇ ਚਾਹੀਦੀ ਹੈ, ਸਾਰੇ ਵਰਗਾਂ ਨੂੰ ਮੁਫਤ ਦਵਾਈ ਦੇਣੀ ਚਾਹੀਦੀ ਹੈ, ਜੀ ਸਾਰਿਆਂ ਨੂੰ ਦੇਣੀ ਚਾਹੀਦੀ ਹੈ। ਹਾਂ, ਸਰਕਾਰ ਨੇ ਤਾਂ ਮੁਫਤ ਵਾਸਤੇ ਦਿੱਤਾ ਮੈਂ ਕਹਿੰਦਾ ਸੈਂਟਰ ਵੀ ਜਿਹੜਾ ਹੈ ਹਾਂਜੀ ਇਹ ਵੀ ਪਿਕ ਐਂਡ ਚੂਜ਼ ਨਾ ਕਰੇ। ਨਹੀਂ ਹੁਣ ਆ ਗਈ ਮੁਫਤ ਦਵਾਈ ਦਾ ਆ ਗਿਆ ਸਾਰਾ ਹੁਣ ਆ ਗਿਆ, ਚੰਗਾ ਹੋਇਆ। ਹਾਂਜੀ ਪੰਜਾਬ ਸਰਕਾਰ ਵੀ, ਹਾਂਜੀ ਇਹਨਾਂ ਨੂੰ ਵੀ ਚਾਹੀਦੀ ਹੈ ਮੁਫਤ ਦੇਣਾ। ਇਹ ਤਾਂ ਠੀਕ ਹੈ। ਹੁਣ ਤੁਸੀਂ ਦੇਖੋ, ਪਹਿਲਾਂ ਬੇਅਦਬੀ ਦਾ ਮਾਮਲਾ ਚੱਲਿਆ, ਅੰਦਰੂਨੀ ਲੜਾਈ ਚੱਲੀ, ਧੜੇਬੰਦੀ ਹੋ ਗਈ, ਟਕਸਾਲੀਆਂ ਨੂੰ ਪਾਸੇ ਕਰਨ ਦੀ ਗੱਲ ਹੋ ਗਈ, ਐਂਡ ਤੇ ਤਾਂ ਹੁਣ ਸਰਕਾਰ ਨੇ ਹੱਦ ਹੀ ਕਰਤੀ, ਮਹਾਮਾਰੀ 'ਚ ਦਵਾਈ ਖੁਦ ਹੀ ਵੇਚਣੀ ਸ਼ੁਰੂ ਕਰਤੀ। ਗਲਤ ਕੀਤਾ, ਉਹਨਾਂ ਨੂੰ ਚਾਹੀਦਾ ਨਹੀਂ ਸੀ ਇਹ ਗੱਲਾਂ ਇੱਕ ਤੋਂ ਬਾਅਦ ਇੱਕ ਗਲਤੀ, ਹਜੇ ਵੀ ਕੋਈ ਮੰਨਣ ਵਾਲੀ ਗੱਲ ਨਹੀਂ ਲੱਗੀ। ਜਿਹੜੀ ਗੱਲ ਦੇਖੋ, ਇਹਦੇ ਕਰਕੇ ਪਾਰਟੀ ਦਾ ਗ੍ਰਾਫ ਥੱਲੇ ਗਿਆ। ਇਹ ਤਾਂ ਜਾਣੀ ਬੁੱਝੀ ਗਲਤੀ ਹੈ ਸਰ। ਮੈਂ ਕਹਿੰਦਾ ਸਾਰਾ ਕੁਝ ਸਾਰਾ ਕੁਝ ਪਤਾ ਹੁੰਦਾ ਹੈ। ਜੀ ਜਿਹੜੇ ਸਕਾਲਰਸ਼ਿਪ ਦਾ ਸਕੈਮ ਹੋਇਆ ਹੈ, ਜੀ ਜੀ ਉਹ ਤਾਂ ਕਿਆ ਗੱਲ ਪਤਾ ਨਹੀਂ ਵੀ ਕਰੋੜਾਂ ਰੁਪਏ ਦਾ ਕਪੜਾ ਹੈ। ਜੀ ਜੀ ਉਹ 'ਚ ਵੀ ਆ ਹੈ ਜਿਹੜੀਆਂ ਇਲੀਗਲ ਡਿਸਟਿਲਰੀਆਂ ਨੇ, ਜੀ ਜੀ ਨੌ ਚੱਲੀਆਂ ਨੇ, ਜੀ ਚਲਾਉਣ ਵਾਲੇ ਮਾਲਕ, ਸਰਕਾਰ ਨੂੰ ਪਤਾ ਕੌਣ ਚਲਾਉਂਦਾ ਹੈ, ਹਾਂਜੀ ਸਰਕਾਰ ਨੂੰ ਪਤਾ ਹੈ। ਕਿਉਂ? ਇਹਨਾਂ 'ਚ ਆਪਣੇ ਇੰਟਰਸਟ ਨੇ, ਇਸ ਕਰਕੇ ਨੌਆਂ ਦੇ ਵਿੱਚੋਂ ਕਿਸੇ ਇੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ, ਪਰਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਨਹੀਂ ਹੁਣ ਤਾਂ ਇੱਕ ਹੋਰ ਨੁਕਤਾ ਪਾਰਟੀ ਬਣਾ ਰਹੀ ਹੈ। ਉਹ ਕਹਿੰਦੇ 10% ਪੰਜਾਬ ਸਰਕਾਰ ਦਾ ਹਿੱਸਾ ਸੀ, 90% ਕੇਂਦਰ ਸਰਕਾਰ ਨੇ ਸਾਨੂੰ ਦਿੱਤਾ ਹੀ ਨਹੀਂ ਹਜੇ ਤੱਕ। ਉਹ ਪਾਰਟੀ ਦੀ ਕਾਗੂ ਨੇ ਐਲਾਨ ਕੀਤਾ ਕਿ ਅਸੀਂ ਉਹ ਕੇਂਦਰ ਸਰਕਾਰ ਤੱਕ ਹੀ ਰਹਿਣਗੇ ਜਾ ਕੇ। ਇਹਦੇ 'ਚ ਦੋਵੇਂ ਜ਼ਿੰਮੇਵਾਰ ਨੇ, ਜੀ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਜੀ ਤੇ ਪੰਜਾਬ ਸਰਕਾਰ ਵੀ ਹੈ। ਜਦੋਂ ਕੇਂਦਰ ਇਹ ਜਿਹੜਾ 10 ਸਾਲ ਤੇ ਪੰਜਾਬ ਦੇ ਗਰੀਬ ਬੱਚੇ, SC BC, ਜੀ ਮਿਨੋਰਟੀ, ਕ੍ਰਿਸਚਨ, ਜੀ ਇਹਨਾਂ ਨਾਲ ਬਹੁਤ ਮੈਂ ਸਮਝਦਾ ਇਹਨਾਂ ਦੀ ਜੀਵਨੀ ਖਰਾਬ ਕਰਨ ਵਾਲੀਆਂ ਸਰਕਾਰਾਂ ਨੇ, ਚਾਹੇ ਉਹ ਕੇਂਦਰ ਹੈ ਚਾਹੇ ਪੰਜਾਬ ਹੈ। ਜੀ ਪਿਛਲੀਆਂ ਸਰਕਾਰਾਂ ਵੇਲੇ ਵੀ ਇਹਦਾ ਕੁਐਸਚਨ ਮੈਂ ਕੀਤਾ ਸੀ ਕਿ ਸੈਂਟਰ ਪੈਸੇ ਕਿਉਂ ਨਹੀਂ ਦਿੰਦਾ ਰਾਜ ਸਭਾ 'ਚ। ਔਰ ਜਿਹੜਾ ਮਿਨਿਸਟਰ ਗਹਿਲੋਤ ਸੀ, ਵੈਲਫੇਅਰ ਮਿਨਿਸਟਰ, ਜੀ ਉਹਨੇ ਮੇਰੇ ਕੁਐਸਚਨ ਦਾ ਖੜ ਕੇ ਜਵਾਬ ਦਿੱਤਾ ਠੀਕ ਕਿ ਪੰਜਾਬ ਦੀ ਸਰਕਾਰ ਨੂੰ ਅਸੀਂ ਇੰਨੇ ਕਰੋੜ ਰੁਪਇਆ ਭੇਜਿਆ, ਮੇਰੇ ਕੋਲ ਰਿਟਨ ਹੈ। ਅੱਛਾ ਜੀ। ਉਹਨਾਂ ਨੇ ਉਹਦੀ ਵਰਤੋਂ ਸਰਟੀਫਿਕੇਟ ਨਹੀਂ ਭੇਜੀ, ਜਿਹਨੂੰ ਯੂਟੀਲਾਈਜ਼ ਸਰਟੀਫਿਕੇਟ ਕਹਿੰਦੇ ਇਹਦਾ ਮਤਲਬ ਇਹ ਹੈ ਸਰਕਾਰ ਨੇ ਜਿਹੜਾ ਇਸਤੇਮਾਲ ਕੀਤਾ ਉਹ ਦੱਸਿਆ ਨਹੀਂ ਹੈ। ਯੂਟੀਲਾਈਜ਼ ਪੈਸਾ ਸੀ ਭੇਜਿਆ, ਹਾਂਜੀ ਯੂਟੀਲਾਈਜ਼ ਸਰਟੀਫਿਕੇਟ ਨਹੀਂ ਇਹਨਾਂ ਨੇ ਦਿੱਤਾ, ਇਸ ਕਰਕੇ ਅਗਲਾ ਰੋਕਤਾ। ਅਸੀਂ ਰੋਕ ਸਕਦੇ। ਮੈਂ ਕਿਹਾ ਇਹਦੇ 'ਚ ਬੱਚਿਆਂ ਦਾ ਕੀ ਕਸੂਰ ਹੈ? ਦੋ ਸਰਕਾਰਾਂ ਦਾ ਆਪਸੀ ਟਕਰਾਓ ਹੈ, ਜੀ ਫਿਰ ਤੁਸੀਂ ਦਲਿਤਾਂ ਦਾ ਘਾਣ ਕਰ ਰਹੇ ਹੋ, ਬੈਕਵਰਡ ਕਲਾਸ ਦਾ ਘਾਣ ਕਰਕੇ ਬੱਚਿਆਂ ਦੀ ਜ਼ਿੰਦਗੀ ਤਬਾਹ ਕਰਦੇ ਹੋ। ਜੀ ਅਸੀਂ ਰੌਲਾ ਰੱਪਾ ਪਾਇਆ ਤਾਂ 350 ਕਰੋੜ ਉਹਨਾਂ ਨੇ ਰਿਲੀਜ਼ ਕੀਤਾ, ਔਰ 350 ਚੋਂ ਵੀ ਕਪੜਾ ਹੋ ਗਿਆ ਇਹਦਾ। ਹਾਂ ਉਹ ਤਾਂ ਫਿਰ ਗਾਂ ਬੈਠੇ ਵੀ ਫਿਰ ਕਪੜਾ ਹੋ ਗਿਆ ਉਹਦੇ 'ਚ। ਚਲੋ ਉਹ 'ਚ ਤਾਂ ਹੋਣਾ ਸੀ, ਦਵਾਈਆਂ 'ਚ ਖਾ ਗਏ ਜੀ। ਦੇਖੋ ਦੋਏ ਸਰਕਾਰਾਂ ਨੇ ਦਲਿਤਾਂ ਦਾ ਇਸ਼ੂ ਇੱਕ ਖੁਦੋਂ ਬਣਾ ਲਿਆ, ਗੇਂਦ। ਉਹ ਵੀ ਉੱਪਰੋਂ ਕਿੱਕ ਮਾਰਦਾ, ਇਹ ਥੱਲੇ ਹੋਏ ਤੇ ਕਿੱਕ ਮਾਰਦੇ ਨੇ। ਨਹੀਂ ਹੁਣ ਡਿਪਟੀ CM ਕਿੱਕ ਡਿਪਟੀ CM ਕੀ ਹੁੰਦਾ ਹੈ? ਡਿਪਟੀ CM ਦੀ ਕੀ ਵੈਲਿਊ ਹੈ? ਨਹੀਂ ਮੈਂ ਜਿਹੜੀ ਗੱਲ ਕਰਦਾ ਹੈ, ਇੱਕ ਜੇ ਐਸੀ ਡਿਪਟੀ CM ਬਣ ਜੂਗਾ, ਉਹਦੇ ਨਾਲ ਜਿਹੜਾ 15 ਲੱਖ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਈ ਹੈ, ਸ਼ਡਿਊਲ ਕਾਸਟਾਂ ਦੀ ਜਾਂ ਬੈਕਵਰਡ ਕਲਾਸ ਦੀ, ਉਹਨਾਂ ਦੀ ਜ਼ਿੰਦਗੀਆਂ ਵਾਪਸ ਹੋ ਜਾਣਗੀਆਂ। ਚਲੋ ਉਹ ਤਾਂ ਇੱਕ ਮੈਂ ਜਿਹੜੀ ਗੱਲ ਕਰਾਂ, ਇਹ ਤਾਂ ਆਮ ਆਰਡੀਨਰੀ ਮਿਨਿਸਟਰ ਹੁੰਦਾ ਹੈ, ਪੱਟਲ ਵੀ ਰਹੀ ਹੈ, ਹੋਰ ਇੱਥੇ ਦਿੱਲੀ 'ਚ ਵੀ ਬੈਠਾ ਕੇਜਰੀਵਾਲ ਨਾਲ, ਇੱਕ ਉਹਦੀ ਕੀ ਵੈਲਿਊ ਹੈ? ਨਹੀਂ ਚਲੋ ਇੱਕ ਚੀਫ ਮਿਨਿਸਟਰ ਹੁੰਦਾ ਹੈ। ਪੰਜਾਬ ਦੇ ਵਿੱਚ ਦਲਿਤਾਂ ਦਾ ਭਲਾ ਤਦੇ ਹੋ ਸਕਦਾ ਹੈ ਜੇ ਦਲਿਤ ਚੀਫ ਮਿਨਿਸਟਰ ਹੋਊਗਾ। ਤੇ ਫਿਰ ਜਿਹੜਾ ਕਾਂਗਰਸ ਸਰਕਾਰ ਕਹਿ ਰਹੀ ਹੈ ਉਹ ਜਸਟ ਇੱਕ ਵੈਸੇ ਭਰਮਾਊ ਨਹੀਂ ਐਲਾਨ ਹੈ। ਨਹੀਂ, ਡੈਮੋਕ੍ਰੇਸੀ ਦੇ ਵਿੱਚ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ। ਇੱਥੇ ਕਾਮਰੇਡ ਰਾਮ ਕਿਸ਼ਨ ਰਿਹਾ ਹੈ, ਗੋਪੀ ਚੰਦ ਭਾਰਗੋ ਵੀ ਰਿਹਾ ਹੈ, ਗੁਰਮਤ ਸਿੰਘ ਮੁਸਾਫਰ ਖੱਤਰੀ ਸੀ, ਉਹ ਵੀ ਰਿਹਾ ਹੈ, ਤੇ ਪਛੜੀਆਂ ਸ਼੍ਰੇਣੀ ਤੋਂ ਇੱਕੋ ਹੀ ਹੈ ਨਾ ਜੀ। ਰਾਮਗੜੀਆਂ 'ਚੋਂ ਗਿਆਨੀ ਜੈਲ ਸਿੰਘ ਸੀ। ਉਸ ਤੋਂ ਬਾਅਦ 70-75 ਸਾਲਾਂ 'ਚ ਕਿਆ ਦਲਿਤਾਂ 'ਚ ਕੰਪੀਟੈਂਟ ਬੰਦੇ ਨਹੀਂ ਹੈ? ਚਲੋ ਆਪਾਂ ਹੁਣ ਗੱਲ ਕਰੀਏ ਦਲਿਤਾਂ ਦੀ ਗੱਲ ਕਰਦੇ ਹਾਂ। ਹੁਣ ਡਿਪਟੀ CM ਦੀ ਗੱਲ ਕਰਦੇ ਆ। ਤੁਹਾਡਾ ਨਾਮ ਹੈਗਾ, ਆਪਣੇ ਚੰਨੀ ਜੀ ਹੈਗੇ ਨੇ, ਰਾਜਕੁਮਾਰ ਬੀਰਕਾ ਜੀ ਹੈਗੇ ਨੇ, ਹੋਰ ਵੱਡੇ ਵੱਡੇ ਨਾਮ ਨੇਗੇ, ਉਹਨਾਂ 'ਚੋਂ ਤੁਸੀਂ ਮੰਨਦੇ ਹੋ ਡਿਪਟੀ CM ਲੈਣ ਤਾਂ ਤੁਹਾਡੇ 'ਚੋਂ ਲਿਆ ਜਾ ਸਕਦਾ ਕੁਝ? ਡਿਪਟੀ CM ਬਣਨਾ, ਜਿਹੜੇ ਜ਼ਖਮ ਨੇ ਦਲਿਤਾਂ ਦੇ ਬੈਕਵਰਡ ਕਾਸਟ ਦੇ, ਉਹ ਹਰੇ ਹੋ ਜਾਣਗੇ। ਇਹ ਕਿਹੜੀ ਟਰਾਉਂਡ ਹੈ? ਇਹ ਤਾਂ ਫਾਇਦਾ ਜੀ, ਇਹ ਤਾਂ ਫੀਤੀ ਲੱਗ ਜੂ ਜਿਹੜਾ ਵੀ ਬਣੂਗਾ ਜੀ। ਕੀ ਕਰੂਗਾ? ਨਹੀਂ ਚਾਹੀਦਾ ਡਿਪਟੀ CM ਦੇ ਪਾਵਰ ਕੀ ਹੁੰਦੀ ਹੈ?
ਚਲੋ ਯਾਨੀ ਕਿ ਨਹੀਂ ਮੈਂ ਸਵੀਕਾਰ ਕਹਿੰਦਾ ਕਰਨਾ ਕੋਈ ਚਾਹੀਦਾ। ਉਹ ਤਾਂ ਆਰਡੀਨਰੀ ਮਿਨਿਸਟਰ ਹੈ, ਇੱਕ ਇਹ ਹੈ ਵੀ ਡਿਪਟੀ ਕੌਨਸਟੀਟਿਊਸ਼ਨ 'ਚ ਉਹਦਾ ਕੋਈ ਹੈ ਹੀ ਨਹੀਂ, ਕੋਈ ਹੈ ਹੀ ਨਹੀਂ, ਉਹਦਾ ਹੀ ਨਹੀਂ ਹੈ। ਯਾਨੀ ਕਿ ਇਹ ਨਹੀਂ ਸਵੀਕਾਰ ਕਰਨਾ ਚਾਹੀਦਾ। ਮੈਂ ਡਿਪਟੀ ਚੀਫ ਮਿਨਿਸਟਰ ਨਾਲ ਇਹ ਮਤਲਬ ਲੱਗ ਜੂਗੀ ਦਲਿਤਾਂ ਦੇ ਮਸਲਿਆਂ 'ਤੇ, ਚਾਹੇ ਸ਼ਰਾਬ ਨਾਲ ਮਰੇ ਹੋਣ, ਸਕਾਲਰਸ਼ਿਪ 'ਚ ਜ਼ਿੰਦਗੀਆਂ ਤਬਾਹ ਹੋਈਆਂ ਹੋਣ, ਬੇਜ਼ਮੀਨੇ ਨੂੰ ਘਰ ਨਹੀਂ ਮਿਲੇ, ਜੀ ਹੈਂ ਸ਼ਗਨ ਸਕੀਮ ਨਹੀਂ ਮਿਲੀ, ਜੀ ਰੋਜ਼ਗਾਰ ਨਹੀਂ ਮਿਲਿਆ, ਜੀ ਘਰ ਘਰ ਨੌਕਰੀ ਦੀ ਗੱਲ ਕਰਨੀ, ਇਹ ਕਹਿ ਨੌਕਰੀਆਂ ਇਹਦੇ ਨਾਲ ਬਰਾਦਰੀ ਖੁਸ਼ ਨਹੀਂ ਹੁੰਦੀ। ਲੋਕ ਸਿਆਣੇ ਨੇ, ਜੀ ਹਾਂ ਜਿਹਨੂੰ ਬਣਾਓਗੇ ਉਹਨੂੰ ਫੀਤੀ ਜ਼ਰੂਰ ਲੱਗ ਜੂ। ਮੁੱਖ ਯਾਨੀ ਮੰਤਰੀ ਫੀਤੀ ਨਹੀਂ ਮੈਂ ਆਉਣ ਵਾਲੇ ਸਮੇਂ 'ਚ ਕਹਿਣਾ ਹੈ, ਹਾਂਜੀ ਮੁੱਖ ਮੰਤਰੀ ਜਿੰਨਾ ਤੱਕ ਪੰਜਾਬ 'ਚ ਆਬਾਦੀ ਹੈ 70% ਜੀ। ਐਸੀ ਬੀਸੀ ਦੀ, ਹਾਂਜੀ ਜਿੰਨਾ ਤੱਕ ਪਾਰਟੀ ਨਹੀਂ ਬਣਾਊਗੀ ਹਾਂਜੀ ਕਾਂਗਰਸ ਦੀ ਰਿਵਾਈਵਲ ਨਹੀਂ ਹੋ ਸਕਦੀ। ਯਾਨੀ ਕਿ ਉਥਾਨ ਨਹੀਂ ਹੋ ਸਕਦਾ। ਹਾਂ ਬਿਲਕੁਲ ਨਹੀਂ ਹੋਏਗਾ ਉਹਨਾਂ ਦਾ ਭਲਾ। ਇਹ ਲੋਲੀਪੌਪ ਡਿਪਟੀ ਬਣਾ ਦਿਓ ਜੀ, ਇਹ ਹੈ ਮਿੱਠੀ ਗੋਲੀ ਦੇ ਦਿਓ। ਹਾਂਜੀ। ਪਾਵਰ ਤਾਂ ਕੋਈ ਹੁੰਦੀ ਨਹੀਂ, ਪਾਵਰ ਤਾਂ ਮੁੱਖ ਮੰਤਰੀ ਕੋਲ ਹੁੰਦੀ ਹੈ, ਔਰ ਚਲੋ। ਅੱਜ ਤੱਕ ਪੰਜਾਬ 'ਚ ਬਣਿਆ ਨਹੀਂ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜੇ ਦਲਿਤਾਂ ਨੂੰ ਸਵੀਕਾਰ ਕਰਨਾ ਚਾਹੀਦਾ ਤੇ ਉਹ ਸੀਐਮ ਕਰਨਾ ਚਾਹੀਦਾ ਘੱਟੋ ਘੱਟ। ਦੂਸਰੀ ਗੱਲ ਤੇ ਇਹ ਤਾਂ ਸਮਾਂ ਦੱਸੂਗਾ, ਹਾਂਜੀ ਇਹ ਸਮਾਂ ਦੱਸੂ ਵੀ ਪੰਜਾਬ ਦੇ ਗਰੀਬ ਬੋਲ ਨਹੀਂ ਸਕਦਾ, ਜੀ ਗਰੀਬ ਆਪਣਾ ਗੁੱਸਾ ਕੱਢੂਗਾ 22 'ਚ। ਚਲੋ ਗਰੀਬ ਗੁੱਸਾ ਕੱਢੂਗਾ 22 ਦੇ ਵਿੱਚ। ਹੁਣ ਆਪਾਂ ਇੱਕ ਗੱਲ ਕਰੀਏ, ਸਾਰੇ ਮਸਲੇ ਤਾਂ ਤੁਸੀਂ ਦੱਸਦੇ ਤੇ ਸਰਕਾਰ ਫੇਲ ਹੈ। ਹੁਣ ਇੱਕ ਬੇਅਦਬੀ ਮਾਮਲੇ 'ਚ ਕਾਫੀ ਐਕਟਿਵ ਹੋਈ ਵੀ ਹੈ, 6 ਪਰਸਨ ਫੜ ਲਏ, ਉਹਨਾਂ ਤੋਂ ਗਵਾਹੀਆਂ ਆ ਰਹੀਆਂ ਨੇ, ਤੇ ਲੱਗਦਾ ਕਿ ਸਰਕਾਰ ਇਹ ਹੁਣ ਜਿਹੜੀ ਘੂਰੀ ਬੱਟੀ ਹੈ ਕੇਂਦਰ ਨੇ ਜਾਂ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਉਹਦੇ 'ਚ ਵੀ ਸਖਤ ਹਦਾਇਤਾਂ ਹੁਣ ਵੀ ਜਲਦੀ ਇਹਦੀ ਕਾਰਵਾਈ ਕਰਕੇ ਨਿਬੇੜੀਏ। ਡੇ ਟੂ ਡੇ ਵੱਡੇ ਵੱਡੇ ਅਫਸਰਾਂ ਦੀ ਕੱਲ੍ਹ ਉਮਰਾਂ ਲੰਘਣ ਨਾ ਹੋਈਆਂ, ਹੋਰ ਕਾਫੀ ਗੱਲ ਯਾਨੀ ਕਿ ਕਮੇਟੀ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਤੁਹਾਨੂੰ ਲੱਗਦਾ ਵੀ ਇਹ ਇਸ ਮਹੀਨੇ ਦੇ ਅੰਦਰ ਅੰਦਰ ਨਿਬੇੜ ਦੂਗੀ? ਕਿਉਂਕਿ ਇਹ ਤਾਂ ਸਮਾਂ ਦੱਸੂਗਾ। ਜਿੱਥੇ 4.25 ਸਾਲ ਲੰਘ ਗਏ, ਹੁਣ ਤੇਜ਼ੀ ਫੜੀ ਹੈ, ਜੀ ਜਦ ਕੋਈ ਹੋਊਗਾ ਫੇਰ ਗੱਲ ਕਰਾਂਗੇ। ਯਾਨੀ ਤੇਜ਼ੀ ਫੜਨ ਤੋਂ ਬਾਅਦ ਹੁਣ ਕਰੇ ਤਾਂ ਕੋਈ ਫਾਇਦਾ ਨਹੀਂ ਹੋਣਾ ਮੇਰੇ ਹਿਸਾਬ ਨਾਲ। ਦੇਖੋ ਪੰਜਾਬ 'ਚ ਸੈਂਟੀਮੈਂਟ ਹੈਗੇ ਨੇ ਜ਼ਰੂਰ, ਜੀ ਜੀ ਲੋਕਾਂ 'ਚ ਪ੍ਰਭਾਵ ਹੈ, ਜੀ ਪਰ ਇੱਕ ਬੇਆਦਮੀ ਦੀ ਇਕੱਲਾ ਪ੍ਰਭਾਵ ਨਹੀਂ, ਬਾਕੀ ਇਕਨੋਮਿਕ ਇਸ਼ੂ ਵੀ ਨਾਲ ਨੇ। ਹਾਂਜੀ ਆ ਜਿਹੜੇ ਮੈਂ ਗਿਣੇ ਨੇ, ਸਮਝ ਗਿਆ ਤੁਹਾਡੀ ਇੱਕ ਇੱਕ ਗੱਲ ਤੇ ਨਹੀਂ, ਸਾਰੀਆਂ ਗੱਲਾਂ ਸੋਚਣੀਆਂ ਪੈਂਦੀਆਂ। ਹਾਂ ਜਿਹੜਾ ਵੋਟਰ ਬਹੁਤ ਸਿਆਣਾ ਹੈ, ਹਾਂਜੀ ਕਿੰਨਾ ਕੁ ਪ੍ਰਭਾਵ ਬੇਅਦਬੀ ਦਾ ਕਿੰਨੇ ਕੁ ਲੋਕਾਂ ਨੂੰ ਕਰਦਾ ਹੈ ਜੀ ਔਰ ਉਹਦਾ ਪ੍ਰਭਾਵ ਜ਼ਰੂਰ ਹੈ। ਪਰ ਆ ਜਿਹੜੇ ਦੂਏ ਇਸ਼ੂ ਨੇ, ਜੀ ਵਪਾਰੀਆਂ ਦੇ ਇਸ਼ੂ, ਆ ਤੁਸੀਂ ਟੀਚਰ, ਬੇਰੁਜ਼ਗਾਰ ਟੀਚਰ, ਜੀ। ਆਂਗਣਵਾੜੀ ਕੁੜੀਆਂ, ਜੀ ਹੈ ਜੀ, ਉਹ ਵਿਚਾਰੇ ਕੱਲ੍ਹ ਬੜੇ ਕੁੱਟੇ। ਮੋਤੀ ਮਾਹਲ ਦੇ ਮੂਹਰੇ ਰੋਜ਼ ਕੁੱਟ ਖਾਂਦੇ ਨੇ ਬੇਰੁਜ਼ਗਾਰ। ਹਾਂ ਵੈਸੇ ਨੌਕਰੀਆਂ ਦੀ ਗੱਲ ਕਰਦੇ ਪੱਤੇ ਦੀ ਗੱਲ ਕਰ ਲਈਏ, ਪੱਤੇ ਨਹੀਂ ਮਿਲੇ, ਨੌਕਰੀ ਤਾਂ ਕਹਿ ਇਹ ਤਾਂ ਵਿੱਦਿਆ ਨਹੀਂ ਦੇ ਸਕਦੇ, ਤੁਸੀਂ ਨੌਕਰੀ ਦੀ ਗੱਲ ਕਰਦੇ। ਜਦੋਂ ਤਾਂ ਕਹਿੰਦੇ ਜੀ ਨੰਬਰ 1 ਹੈ ਆਪਣਾ ਪੰਜਾਬ। ਮੈਂ ਸਵਾਲ ਹੀ ਨਹੀਂ ਪੈਂਦਾ। ਆ ਜਿਹੜੇ 15 ਲੱਖ ਸ਼ਡਿਊਲ ਕਾਸਟਾਂ ਦਾ ਗ੍ਰੈਜੂਏਸ਼ਨ ਨਹੀਂ ਕਰ ਸਕੇ, ਜੀ ਇਹ ਸਰਟੀਫਿਕੇਟ ਨਹੀਂ ਹੈ ਇਹਨਾਂ ਨੂੰ, ਸਰਕਾਰ ਨੂੰ। ਇਹ ਵੀ ਸਰਟੀਫਿਕੇਟ ਹੈ। ਆ ਪ੍ਰਾਈਵੇਟ ਕਾਲਜ 2.5 ਲੱਖ ਬੱਚਿਆਂ ਦਾ ਕਹਿੰਦੇ ਰੋਲ ਨੰਬਰ ਨਹੀਂ ਇਸ਼ੂ ਕਰਨਾ। ਜੀ ਫਿਰ ਸਰਕਾਰ ਨੂੰ ਇੰਟਰਵੀਨ ਕਰਨਾ ਚਾਹੀਦਾ। ਸਰਕਾਰ ਨੂੰ ਜਿਹੜੇ ਇਹੋ ਜਿਹੇ ਕਾਲਜ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੀ ਇਹ ਕਰੋਨਾ ਕਾਲ ਦੇ ਵਿੱਚ ਜਿਹੜੇ ਮੌਤਾਂ ਹੁੰਦੀਆਂ ਸੀਗੀਆਂ ਉਹਦੇ 'ਚ 50 ਲੱਖ ਦਾ ਮੁਆਵਜ਼ਾ ਤੇ ਇੱਕ ਨੌਕਰੀ ਦੀ ਗੱਲ ਕੀਤੀ ਜਾਂਦੀ ਸੀ, ਉਹ ਵੀ 31 ਮਾਰਚ ਤੋਂ ਬਾਅਦ ਰਿਵਾਈਵ ਨਹੀਂ ਹੋਈ, ਉੱਥੇ ਰੋਕਤੀ ਸਕੀਮ। ਸਰਕਾਰ ਕੀ ਕਰ ਰਹੀ ਹੈ? ਦੇਖੋ ਮੈਂ ਇੱਕ ਗੱਲ ਕੀਤੀ ਸੀ ਸਕਾਲਰਸ਼ਿਪ ਬਾਰੇ, ਮੈਂ ਲੈਟਰ ਲਿਖਿਆ ਅੱਜ ਤੋਂ 2 ਸਾਲ ਪਹਿਲਾਂ ਜੀ ਮੁੱਖ ਮੰਤਰੀ ਸਾਹਿਬ ਨੂੰ, ਜੀ ਵੀ ਜਿਵੇਂ ਤੁਸੀਂ ਕਰਜ਼ਾ, ਕਿਸਾਨਾਂ ਦੇ ਕਰਜ਼ੇ 5 ਏਕੜ ਵਾਲਿਆਂ ਦੇ ਮਾਫ ਕਰ ਲਈ, ਜੀ ਇੱਕ ਪੰਜਾਬ ਗੌਰਮੈਂਟ ਨੇ ਆਪਣਾ ਫੰਡ ਬਣਾਇਆ, ਕ੍ਰੀਏਟ ਕੀਤਾ, ਜੀ ਉਸ ਫੰਡ 'ਚੋਂ ਉਹ ਪੈਸੇ ਦਿੱਤੇ ਨੇ। ਜੀ ਕਿਉਂ ਨਾ ਵੀ ਇਹ ਦਲਿਤ ਔਰ OBC ਜਾਂ ਮਿਨੋਰਟੀ ਦੇ ਜਿਹੜੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ, ਜੀ ਜਿਨ੍ਹਾਂ ਨੂੰ ਸਕੂਲਾਂ 'ਚ ਕਾਲਜਾਂ 'ਚ ਦਾਖਲ ਦੇ ਕੇ ਮਿਡਵੇ ਹਟਾਇਆ ਜਾਂਦਾ ਜਾਂ ਰੋਲ ਨੰਬਰ ਨਹੀਂ ਦਿੱਤਾ ਜਾਂਦਾ, ਜੇ ਐਗਜ਼ਾਮ ਦੇ ਤਾਂ ਡਿਗਰੀਆਂ ਨਹੀਂ, ਰਿਜ਼ਲਟ ਨਹੀਂ ਦਿੰਦੇ, ਡਿਗਰੀਆਂ ਨਹੀਂ। ਵੀ ਪੰਜਾਬ ਗੌਰਮੈਂਟ ਆਪਣਾ ਫੰਡ ਕ੍ਰੀਏਟ ਕਰੇ, ਜੇ ਉਹਨਾਂ ਨੂੰ ਹਿੱਤ ਹੈ ਦਲਿਤਾਂ ਨਾਲ। ਜੇ ਡਰਾਮੇਬਾਜ਼ੀ ਕਰਨੀ ਹੈ ਫਿਰ ਸੀਗਾ 2 ਸਾਲ ਹੋ ਗਏ ਮੁੱਖ ਮੰਤਰੀ ਨੂੰ ਲਿਖੇ ਨੂੰ ਕਿ ਜਿਵੇਂ ਕਿਸਾਨਾਂ ਦੇ ਕਰਜ਼ਿਆਂ ਲਈ ਫੰਡ ਪੰਜਾਬ ਗੌਰਮੈਂਟ ਨੇ ਆਪਣਾ ਬਣਾਇਆ ਹੈ, ਅਲੱਗਾ ਫੰਡ ਰੱਖਿਆ ਹੈ, ਇਹਨਾਂ ਗਰੀਬ SC BC ਇੱਕ ਫੰਡ ਬਣਾਓ। ਇਹਨਾਂ ਨੇ ਅੰਬੇਦਕਰ ਦੇ ਨਾਂ 'ਤੇ ਤਾਂ ਬਣਾ ਤੇ ਸਕਾਲਰਸ਼ਿਪ ਸਕੀਮ 60-40 ਦੀ ਰੇਸ਼ੋ ਕਰਤੀ ਕਿ 40% ਜਿਹੜੇ ਨੇ ਕਾਲਜ ਵਾਲੇ ਜਿਹੜੇ ਪ੍ਰਾਈਵੇਟ ਉਹ ਬੇਅਰ ਕਰਨਗੇ, ਉਹਨਾਂ ਨੇ ਝੱਗਾ ਚੱਕਤਾ। ਚਲੋ ਫਿਰ ਜੇ ਇਹਦਾ ਮਤਲਬ ਹੈ ਇਹ ਢਿੱਲੋਂ ਨਹੀਂ ਚਾਹੁੰਦੇ ਕਿਸਾਨਾਂ ਲਈ, ਦੇਖੋ
ਵੈਸੇ ਐਲਾਨ ਨੂੰ ਕਰੀ ਜਾਂਦੇ ਆ, ਗੱਲ ਬਣਦੀ ਨਹੀਂ। ਬੇਜ਼ਮੀਨੇ ਜਿਹੜਾ ਜੱਟ ਹੈ, ਜਿਹੜਾ ਖੇਤੀ ਕਰਦਾ, ਉਹਨੂੰ ਕੀ ਮਿਲਿਆ ਵੀ? ਉਹਦਾ ਕਿਹੜਾ ਕਰਜ਼ਾ ਮਾਫ ਹੋਇਆ? ਸੈਂਟਰ ਨੇ ਪੈਸਾ ਦੇਣਾ ਹੈ। ਮੈਂ ਇਹ ਸੁਜੈਸ਼ਨ ਕੀਤੀ ਵੀ ਤੁਸੀਂ ਆਪਣੇ ਕੋਲੋਂ ਪੈਸੇ ਦੇ ਦਿਓ, ਜੀ ਇਹਨਾਂ ਦੀ ਜ਼ਿੰਦਗੀ ਬਚਾਓ, ਐਜੂਕੇਸ਼ਨ ਇਹਨਾਂ ਨੂੰ ਲੈ ਲੈਣ ਦਿਓ, ਤੁਸੀਂ ਕਾਲਜਾਂ ਨੂੰ ਪੈਸੇ ਦੇ ਦਿਓ। ਜਦੋਂ ਸੈਂਟਰ ਤੁਹਾਨੂੰ ਦਊਗਾ ਤੁਸੀਂ ਆਪਣੇ ਰੱਖ ਲਓ। ਤੁਸੀਂ ਸਰ ਸਰਕਾਰ ਦੀ ਜੇ ਆਪਾਂ ਮੰਨੀਏ ਇਹ ਤਾਂ ਦੋਏ ਦਲਤਾਂ ਨਾਲ ਖੇਡ ਰਹੀ ਹੈ, ਜਜ਼ਬਾਤਾਂ ਨਾਲ ਖੇਡ ਰਹੇ ਨਹੀਂ। ਜਜ਼ਬਾਤਾਂ ਨਾਲ ਖੇਡ ਰਹੇ ਆ, ਦਲਤਾਂ ਨਾਲ ਖੇਡ ਰਹੇ ਆ ਤੇ ਬੇਰੁਜ਼ਗਾਰਾਂ ਨਾਲ ਖੇਡ ਰਹੇ ਆ। ਤੇ ਹੁਣ ਜਿਹੜੇ ਕਰੋਨਾ ਪੀੜਤਾਂ ਦੀ ਗੱਲ ਕਰਦੇ ਆਪਾਂ, ਜੇ ਕਰੋਨਾ ਬਿਮਾਰੀ ਖੇਡੀ ਹੈ, ਮੈਂ ਤਾਂ ਕਹਿੰਦਾ ਵੀ ਇਹ ਲੋਕਾਂ ਦੀਆਂ ਜਾਨਾਂ 'ਤੇ ਵੀ ਵਪਾਰ ਕਰਨ ਲੱਗੀ ਪਾਰਟੀ ਆਪਣੀ ਸਰਕਾਰ। ਹੁਣ ਦੂਸਰਾ ਕੀ ਹੈ ਕਿ ਹੁਣ ਕੱਲ ਆਪਣੇ ਮਾਸਟਰਾਂ ਜਿਹੜੇ ਭੱਤਿਆਂ ਦੀ ਗੱਲ 'ਤੇ ਕੁੱਟਿਆ ਗਿਆ, ਉਹਨਾਂ ਨੂੰ ਚੱਕ ਕੇ ਸਿੱਟਿਆ ਗਿਆ। ਦੂਸਰਾ ਜਿਹੜੀ ਹੈਲਥ ਦੀ ਜਿਹੜੇ ਪੈਸੇ ਆਏ ਸੈਂਟਰ ਤੋਂ 400 ਰੁਪਏ 'ਚ ਖਰੀਦ ਕੇ 1000 ਰੁਪਏ 'ਚ ਅਸੀਂ ਵੇਚ ਰਹੇ ਹਾਂ। ਫਿਰ ਜਿਹੜੀ ਸਕੀਮ ਸੀ ਜੀ ਮੁਆਵਜ਼ੇ ਦੀ, ਮੈਂ ਤੁਹਾਨੂੰ ਦੁਬਾਰਾ ਦੱਸਦਾ, ਮੁਆਵਜ਼ੇ ਦੀ ਸਕੀਮ ਸੀ 50 ਲੱਖ ਰੁਪਈਆ ਦੇਣਾ, ਤੇ ਦੂਸਰਾ ਇਹ ਸੀ ਇੱਕ ਨੌਕਰੀ ਦੇਣਾ। ਉਹ 31 ਮਾਰਚ ਤੱਕ ਕਰਾ ਕੇ ਫਿਰ ਡ੍ਰੌਪ ਕਰਤੀ ਇਹਨਾਂ ਨੇ, ਬੰਦ ਕਰਤੀ। ਇਹ ਇੱਕ ਤੋਂ ਬਾਅਦ ਇੱਕ ਐਸੀ ਹਰਕਤ ਕਿਉਂ ਕਰ ਰਹੀ ਹੈ? ਦੇਖੋ, ਸਵਾਲ ਇਹ ਹੈ, ਇਹ ਕਰਜ਼ਾ ਵੱਧਦਾ ਹੀ ਵੱਧਦਾ ਜਾ ਰਿਹਾ ਹੈ। ਬੇਅਨੇਮੀ, ਪਲੈਨਿੰਗ ਨਹੀਂ ਹੈ ਸਰਕਾਰ ਦੀ। ਕੋਈ ਨਹੀਂ, ਪਲੈਨਿੰਗ ਨਹੀਂ ਹੈ, ਖਰਚੇ ਵੱਧ ਰਹੇ ਨੇ, ਦਿਨ ਪਰ ਦਿਨ ਵੱਧ ਰਹੇ ਨੇ। ਇਲੈਕਸ਼ਨਾਂ ਦੀ ਤਾਂ ਪਲੈਨਿੰਗ ਬੜੀ ਆ ਗਈ ਜੀ। ਪ੍ਰਸ਼ਾਂਤ ਕਿਸ਼ੋਰ ਫਿਰ ਆ ਗਏ। ਮੈਂ ਕਹਿੰਦਾ ਪ੍ਰਸ਼ਾਂਤ ਕਿਸ਼ੋਰ ਨੂੰ ਕੌਣ ਪੈਸੇ ਦਊਗਾ, ਕਿਹੜੀ ਏਜੰਸੀ ਦਊਗੀ? ਕੈਬਨਿਟ ਦਾ ਰੈਂਕ ਹੈ ਜੀ। ਮੈਂ ਜਿਹੜੀ ਰੈਂਕ ਦੇਤਾ, ਸਾਰੀਆਂ ਸਹੂਲਤਾਂ ਉਹ ਜਿਹੀਆਂ। ਇੱਥੇ ਤਾਂ ਐਡਵਾਈਜ਼ਰਾਂ ਦੀ ਫੌਜ ਹੈ, ਜਿੰਨੇ ਰਿਟਾਇਰਡ ਅਫਸਰ ਹੈ ਉਹ ਸਾਰਿਆਂ ਨੂੰ ਉਹਨਾਂ ਨੂੰ ਐਡਜਸਟ ਕੀਤਾ ਪਿਆ ਜੀ। ਪੋਲੀਟੀਕਲ ਆਦਮੀਆਂ ਨੂੰ ਤਾਂ ਪੁੱਛਿਆ ਤੱਕ ਨਹੀਂ ਜੀ। ਜੇ ਚੰਗਾ ਹੁੰਦਾ ਪੰਜਾਬ ਸਰਕਾਰ ਆਪਣੇ ਖਰਚਿਆਂ ਨੂੰ ਕੰਟਰੋਲ ਕਰਦੀ। ਜੀ। 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਖੜਾ, ਇਹ ਸਟੇਟ ਚੱਲੂ ਕਿਵੇਂ? ਚਲੋ ਇਹਦੇ ਰਾਤ ਇੰਨੇ ਮਾੜੇ ਹੋ ਚੁੱਕੇ ਨੇ। ਜੀ 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 ਹੈ ਜੀ, ਲੈਵਿਸ਼ਲੀ ਪੈਸਾ ਖਰਚਿਆ ਜਾਂਦਾ, ਲੈਵਿਸ਼ਲੀ। ਹੁਣ ਆਪਾਂ ਸਰਕਾਰ ਤੇ ਦੁਬਾਰਾ ਆਉਣੇ ਆ ਗੱਲ ਵੀ ਸਾਰੀਆਂ ਗੱਲਾਂ ਤੁਸੀਂ ਇੱਕ ਤੋਂ ਬਾਅਦ ਇੱਕ ਸਾਨੂੰ ਦੱਸੀਆਂ। ਤੁਸੀਂ ਇੱਕ ਗੱਲ ਹੋਰ ਕੀਤੀ ਵੀ ਟਕਸਾਲੀ ਜਿਹੜੇ ਪੁਰਾਣੇ ਕਾਂਗਰਸੀ ਲੰਬੀ ਉਮਰ ਵਿਹਾਤ ਸੀ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ, ਉਹਨਾਂ 'ਤੇ ਹੁਣ ਆਪਾਂ ਬਾਜਵਾ ਸਾਹਿਬ ਨੂੰ ਵੀ ਮੰਨ ਲਈਏ, ਤੁਸੀਂ ਵੀ ਹੈਗੇ ਉਹਨੇ, ਹੋਰ ਵੀ ਬਹੁਤ ਆਗੂ ਨੇ। ਬਾਜਵਾ ਸਾਹਿਬ ਨੇ ਕਿਹਾ ਸੀਗਾ ਵੀ 45 ਦਿਨ ਦਾ ਅਲਟੀਮੇਟਮ ਦਿੱਤਾ ਸੀ, ਚਲੋ ਉਹ 'ਤੇ ਥੋੜ੍ਹੀ ਕਾਰਵਾਈ ਚੱਲੀ, ਕਮੇਟੀ ਬਣ ਗਈ। ਉਸ ਤੋਂ ਬਾਅਦ ਗਾਂ ਫੈਸਲਾ ਕੀ ਆਉਂਦਾ ਤੇ ਆਉਣ ਵਾਲੇ ਕੱਲ੍ਹ 'ਤੇ ਆ। ਫਿਰ ਉਹਨੇ ਇੱਕ 44 ਦਾ ਫਾਰਮੂਲਾ ਦਿੱਤਾ ਸੀ। 44 ਦਾ ਫਾਰਮੂਲਾ ਕੀ ਹੈ ਜੀ? 44। ਇਹ ਤਾਂ ਬਾਜਵਾ ਹੀ ਦੱਸ ਸਕਦਾ, ਉਹਦੇ ਫਾਰਮੂਲੇ ਨੂੰ ਮੈਨੂੰ ਕੀ ਪਤਾ। ਹਾਂ, ਅਸੀਂ ਉਹ ਇਕੱਠੇ ਹਾਂ ਜੀ। ਅਸੀਂ ਜਿੰਨੇ ਪੁਰਾਣੇ ਕਾਂਗਰਸੀ ਹੈ, ਹਾਂਜੀ, ਜਿਹੜੇ ਚਾਹੇ ਉਹ ਕੈਪਟਨ ਸਾਹਿਬ ਨਾਲ ਵੀ ਹੋਣ ਜੀ, ਉਸ ਧੜੇ ਨਾਲ ਵੀ ਰਹਿਣ, ਪਰ ਉਹ ਜ਼ਰੂਰ ਗੱਲ ਕਰਨਗੇ ਟਕਸਾਲੀ, ਕਿਉਂਕਿ ਉਹ ਉਹਨਾਂ ਦੇ ਬਲੱਡ ਦੇ ਵਿੱਚ ਜਿਹੜਾ ਜਾਨੀ ਤੁਹਾਡੀਆਂ ਗੱਲਾਂ 'ਚ ਕੁਛ ਹੈਗੇ ਨੇ ਚਾਪਲੂਸ, ਜਿਹੜੇ ਆਪਣੀ ਹੋਂਦ ਵਾਸਤੇ ਚਾਪਲੂਸੀ ਕਰਦੇ ਨੇ ਜੀ। ਪਰ ਮੈਂ ਉਹਨਾਂ ਦੀ ਜਿਹੜੀ ਦਿਲ ਦੀ ਆਵਾਜ਼ ਹੈ, ਜਿਹੜੇ ਪੁਰਾਣੇ ਕਾਂਗਰਸੀ ਹੈ ਜੀ, ਉਹ ਜ਼ਰੂਰ ਕਹਿਣਗੇ। ਉਹਨਾਂ ਨੇ ਕਮੇਟੀ ਨੂੰ ਕਹੀ ਹੋਊਗੀ ਲਾਜ਼ਮੀ ਜੀ। ਚਲੋ ਲਾਸਟ ਕੁਐਸਚਨ, ਤੁਸੀਂ ਆਪਾਂ ਕਾਂਗਰਸ ਦੇ ਰਿਵਾਈਵ ਦੀ ਗੱਲ ਕਰਦੇ ਹਾਂ, ਕਾਂਗਰਸ ਦੇ ਉਥਾਨ ਦੀ ਗੱਲ ਕਰਦੇ ਹਾਂ, ਜਾਂ ਆਉਣ ਵਾਲੇ ਇਲੈਕਸ਼ਨਾਂ ਵਿੱਚ ਕਿਵੇਂ ਜਾਏਗੀ, ਕਿਵੇਂ ਕੰਮ ਕਰੇਗੀ, ਉਹਦੀ ਗੱਲ ਕਰਦੇ ਹਾਂ। ਕੋਈ ਨਾ ਕੋਈ ਗਵਾਹੀ ਤਾਂ ਚਾਹੀਦੀ ਹੈ। ਕਿਹਦੀ ਗਵਾਹੀ ਤੁਸੀਂ ਠੀਕ ਸਮਝਦੇ ਹੋ? ਤੁਹਾਡੇ ਆਪ ਦਾ ਨਿੱਜੀ ਰਹਿ, ਇਹਦਾ ਫੈਸਲਾ ਕਰੇਗੀ ਸੋਨੀਆ ਗਾਂਧੀ। ਚਲੋ ਜੀ, ਸੋਨੀਆ ਗਾਂਧੀ। ਫਿਰ ਆਪਾਂ ਗਾਂ ਚੱਲੀਏ, ਜਿਹੜੇ ਟਕਸਾਲੀਆਂ ਨੂੰ ਕੁਛ ਤਾਂ ਚਾਹੀਦਾ ਨਾ ਵਿੱਚ ਹਿੱਸੇ, ਉਹਨਾਂ ਦੀ ਹਿੱਸੇਦਾਰੀ ਤਾਂ ਸ਼ਮੂਲੀਅਤ ਤਾਂ ਹੋਣੀ ਚਾਹੀਦੀ ਹੈ ਜਿਹੜੇ ਲੜ ਰਹੇ ਨੇ। ਇਹ ਜਿਹੜਾ ਰੌਲਾ ਰੱਪਾ ਹੈ, ਹਾਂਜੀ, ਇਹ ਜਿੰਨੇ ਦਲ ਬਦਲੂ ਉਹਨਾਂ ਨੇ ਪਾਇਆ ਹੋਇਆ, ਕਿਸੇ ਹੋਰ ਨੇ ਤਾਂ ਪਾਇਆ ਨਹੀਂ। ਦਲ ਬਦਲੂਆਂ ਨੂੰ ਕੁਛ ਨਹੀਂ ਦੇਣਾ ਚਾਹੀਦਾ ਫਿਰ? ਨਹੀਂ, ਸਾਡੇ ਕੌਂਸਟੀਟਿਊਸ਼ਨ 'ਚ ਹੈ ਜੀ, ਕੌਂਸਟੀਟਿਊਸ਼ਨ 'ਚ ਸਾਡੇ ਲੀਡਰਾਂ ਦੇ ਭਾਸ਼ਣ ਵੀ ਹੈ ਜੀ, ਦੇਣਾ ਚਾਹੀਦਾ ਹੈ ਜੀ, ਜਿਹੜਾ ਜਿੰਨਾ ਕੋ ਡਿਜ਼ਰਵ ਕਰਦਾ, ਜਿੰਨਾ ਉਹਦਾ ਹਿੱਸਾ ਸਾਡੀ ਪਾਰਟੀ ਦੇ ਵਿੱਚ। ਹਾਂਜੀ, ਇਹ ਨਹੀਂ ਹੈ ਤੁਸੀਂ ਜਿਹੜਾ ਮਾੜੇ ਦਿਨਾਂ 'ਚ ਪਾਰਟੀ 'ਚ ਖੜਦਾ ਰਿਹਾ ਜੀ, ਜੀ, ਔਖੇ ਵੇਲੇ ਕੰਮ ਆਇਆ ਹੈ ਜੀ, ਉਹਦੀ ਤੁਸੀਂ ਬਲੀ ਦਾ ਬੱਕਰਾ ਬਣਾ ਦਿਓ। ਕਿਉਂ ਬਣਾ ਦਿਓ ਜੀ? ਉਹਨੇ ਸਾਰੀ ਜ਼ਿੰਦਗੀ ਲਾਤੀ ਕਾਂਗਰਸ 'ਚ, ਉਹਨੇ ਔਖੇ ਦਿਨ ਵੀ ਦੇਖੇ ਮਾੜੇ। ਜਿਹੜੇ ਬੰਦਿਆਂ ਨੇ ਸਰਕਾਰਾਂ 'ਚ, ਚਾਹੇ ਉਹ ਦੂਸਰੀ ਸਰਕਾਰ ਰਹੀ, ਅਕਾਲੀਆਂ ਦੀ ਰਹੀ, ਬੀਜੇਪੀ ਦੀ, ਉੱਥੇ ਇੰਜੋਏ ਕੀਤਾ। ਹੁਣ ਆ ਕੇ ਇੱਧਰ ਇੰਜੋਏ ਕਰਨ, ਕਾਂਗਰਸੀਆਂ ਨੂੰ ਖੁੱਡੇ ਲਾ ਦਿਓ। ਉਹਨਾਂ ਦਾ ਪੋਲੀਟੀਕਲ ਮਰਡਰ, ਅਸੀਂ ਜਿਹੜੇ ਬੋਲ ਰਹੇ ਹਾਂ, ਸਿਆਸੀ ਕਤਲ ਨਹੀਂ ਹੋਣੇ ਚਾਹੀਦੇ, ਆਉਣ ਲਾਈਨ 'ਚ ਲੱਗਣੇ ਚਾਹੀਦੇ ਆ। ਚਲੋ, ਦੂਸਰੀ ਗੱਲ ਇਹ ਜੀ, ਤੁਸੀਂ ਕਹਿੰਦੇ ਵੀ ਸਾਰੀ ਗੱਲ ਹੋਣੀ ਚਾਹੀਦੀ ਹੈ, ਪੁਰਾਣੇ ਬੰਦੇ ਦੀ ਗੱਲ ਨਹੀਂ ਸੁਣੀ ਚਾਹੀਦੀ। ਦੇਖੋ, ਕਲਚਰ ਤਾਂ ਬਿਲਕੁਲ ਹੀ ਬਦਲ ਗਿਆ। ਹੁਣ ਤਾਂ ਇੱਕ ਯੋਜਨਾਬੱਧ ਤਰੀਕੇ ਵਾਲਾ ਇੱਕ ਮੈਨੇਜਰ ਸੱਦਦੇ, ਉਹ ਪਲਾਨ ਬਣਾਉਂਦਾ, ਨਾਅਰੇ ਦਿੰਦਾ। ਪਿਛਲੇ ਵਾਰੀ ਸਰਕਾਰ ਲਿਆਂਦੀ, ਐਤਕੀ ਫਿਰ ਉਸ ਨੂੰ ਦੁਬਾਰਾ ਲਿਆਂਦਾ ਜਾਂਦਾ। ਫਿਰ ਤਾਂ ਯੋਜਨਾਬੰਦੀ ਇਸ ਹਿਸਾਬ ਦੀ ਹੋਊਗੀ ਮੇਰੇ ਹਿਸਾਬ ਨਾਲ। ਟਕਸਾਲੀਆਂ ਵਾਲੀ ਤਾਂ ਕੋਈ ਗੱਲ ਆਉਂਦੀ ਨਹੀਂ। ਤੁਸੀਂ ਕਹਿੰਦੇ ਸੋਨੀਆ ਗਾਂਧੀ ਕੁਛ ਕਰੇਗੀ? ਨਹੀਂ, ਸੋਨੀਆ ਗਾਂਧੀ ਕਰੂਗੀ ਤੇ ਤੁਹਾਡੇ ਸਾਹਮਣੇ। ਸੋਨੀਆ ਗਾਂਧੀ ਨੂੰ ਇਹਨਾਂ ਨੇ ਪਤਾ ਨਹੀਂ, ਪਹਿਲਾਂ ਇੱਕ ਬੰਦਾ ਬੁਲਾਇਆ ਸੀ ਤੇ ਹੁਣ ਫਿਰ ਬੁਲਾ ਲਿਆ। ਹਾਂਜੀ,
ਪਹਿਲਾਂ ਪ੍ਰਸ਼ਾਂਤ ਕਿਸ਼ੋਰ ਬੁਲਾਇਆ ਸੀ ਮੈਨੇਜਿੰਗ ਵਾਸਤੇ, ਸਿਰਫ ਵੀ ਲੋਕਾਂ ਨੂੰ ਭਰਮਾਉਣਾ ਕਿਵੇਂ ਹੈ, ਉਹ ਭਰਮਾਉਣਾ ਸਾਡੀ ਹੀ ਕਿਹਾ ਜਾ ਦੇਖੋ, ਸਕਦਾ। ਜਿੱਥੇ ਤੱਕ ਪਾਰਟੀ ਤੇ ਇਹ ਤਾਂ ਇੱਕ ਏਜੰਸੀ ਦਾ ਬੰਦਾ ਹੈ, ਇਹ ਤਾਂ ਇਲੈਕਸ਼ਨ ਦੇ ਫਾਰਮੂਲੇ ਦੱਸਦਾ ਹੈ ਫਿਰ ਫਾਰਮੂਲੇ ਜੀ ਕਿ ਵੀ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਉਣਾ ਹੈ। ਹਾਂ, ਯਾਨੀ ਕਿ ਇੱਕ ਵਾਰੀ ਮੈਂ ਦੁਬਾਰਾ ਜਿਹੜੀ ਗੱਲ ਬੇਵਕੂਫ ਕਰਦਾ ਵਾਸਤੇ ਫਿਰ ਹੈ ਬੁਲਾ ਲਿਆ। ਵੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਕਿਹੜੇ ਕਿਹੜੇ ਫਾਰਮੂਲੇ ਹੋਣਗੇ, ਕਿਹੜੇ ਕਿਹੜੇ ਨੇ ਨਾਅਰੇ ਲਾਵਾਂਗੇ, ਕੀ ਉਹਨਾਂ ਨੂੰ ਦਾਜ ਦੇਣ ਲਈ। ਪਰ ਮੈਂ ਇੱਕ ਕਹਾਂਗਾ, ਬਾਰ-ਬਾਰ ਲੋਕ ਬੇਵਕੂਫ ਨਹੀਂ ਬਣਨਗੇ। ਫਿਰ ਹਾਈ ਕਮਾਂਡ ਨੂੰ ਤੇ ਧਿਆਨ ਚ ਸਾਰਾ ਕੁਝ ਸਾਰਾ ਕੁਝ ਉਹਨਾਂ ਦੇ ਨੋਟਿਸ 'ਚ ਹੈ। ਔਰ ਮੈਨੂੰ ਲੱਗਦਾ ਵੀ ਉਹ ਸਿਆਣੇ ਨੇ, ਪਾਰਟੀ ਨੂੰ ਬਚਾਉਣ ਲਈ, ਕਾਂਗਰਸਮੈਨ ਨੂੰ ਬਚਾਉਣ ਲਈ ਜੀ ਉਹ ਉਪਰਾਲਾ ਕਰਨਗੇ। ਇਹ ਸਨ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਜੀ। ਇਹਨਾਂ ਨੇ ਆਖਰੀ ਸ਼ਬਦ ਬੜੇ ਵਧੀਆ ਕਹੇ ਨੇ ਕਿ ਹਾਈ ਕਮਾਂਡ ਨੂੰ ਜਿਹੜੇ ਚਲਾ ਰਹੇ ਨੇ, ਜੇ ਪੈਰਵੀ ਕਰ ਰਹੇ ਨੇ ਜਿਹੜੇ ਸੋਨੀਆ ਗਾਂਧੀ ਤੇ ਗਾਂਧੀ ਪਰਿਵਾਰ, ਜਿਸ ਦਾ ਪੂਰੇ ਦੇਸ਼ ਦੇ ਲੋਕਾਂ ਦਾ ਇਸ ਪਰਿਵਾਰ 'ਤੇ ਬਹੁਤ ਲੰਬਾ ਵਿਸ਼ਵਾਸ ਰਿਹਾ ਕਿ ਉਹ ਅਜਿਹੇ ਫੈਸਲੇ ਲੈਣਗੇ ਜਿਹੜੇ ਗਲਤ ਲਏ ਗਏ ਨੇ। ਜਿਵੇਂ ਕਿ ਇੱਕ ਪ੍ਰਸ਼ਾਂਤ ਕੌਰ ਨੂੰ ਬੁਲਾਇਆ ਜਾਂਦਾ, ਇੱਕ ਲੋਕਾਂ ਨੂੰ ਭਰਮਾਉਣ ਵਾਸਤੇ ਨੀਤੀਆਂ ਘੜੀਆਂ ਜਾਂਦੀਆਂ, ਨਾ ਕਿ ਲੋਕਾਂ ਨੂੰ ਹੱਕਾਂ ਦੀ ਗੱਲ ਕਰਨ ਵਾਸਤੇ ਕੋਈ ਗੱਲ ਕੀਤੀ ਜਾਂਦੀ ਹੈ। ਉਹ ਸਮਝਣਗੇ ਤੇ ਇਹਨਾਂ ਚੀਜ਼ਾਂ ਤੋਂ ਪਾਸੇ ਰੱਖ ਕੇ ਜਿਹੜੇ ਪੁਰਾਣੇ ਕਾਂਗਰਸੀ ਨੇ ਲਗਾਤਾਰ ਚੱਲੇ ਆ ਰਹੇ ਨੇ ਪਾਰਟੀ ਨਾਲ, ਤੇ ਲੋਕਾਂ ਦੀ ਗੱਲ ਕਰਦੇ ਨੇ, ਤੇ ਜਿਨ੍ਹਾਂ ਲੋਕਾਂ ਕਰਕੇ ਸੱਤਾ ਮਿਲਦੀ ਹੈ ਉਹਦਾ ਗੌਰ ਜ਼ਰੂਰ ਕਰਨਗੇ। ਦੂਸਰੀ ਗੱਲ ਇਹਨਾਂ ਨੇ ਕਹੀ ਕਿ ਕੈਪਟਨ ਜਾਂ ਹੋਰ ਕਿੰਨੇ ਬੰਦਿਆਂ ਨੂੰ ਐਡਜਸਟ ਕਰਨਾ ਉਹ ਸੋਨੀਆ ਗਾਂਧੀ ਜੀ ਹੀ ਫੈਸਲਾ ਕਰਨਗੇ। ਪਰ ਜਿਹੜੇ ਰੁਝਾਨ ਮਿਲ ਰਹੇ ਨੇ, ਰੁਝਾਨ ਇਹ ਮਿਲ ਰਹੇ ਨੇ ਕਿ ਸੋਨੀਆ ਗਾਂਧੀ ਜੀ ਮੇ ਵੀ ਕੈਪਟਨ, ਤੇ ਰਾਹੁਲ ਤੇ ਪ੍ਰਿੰਕਾ ਮੇ ਵੀ ਸਿੱਧੂ ਮੰਨਿਆ ਜਾ ਰਿਹਾ। ਪਰ ਸਿੱਧੂ ਦੀ ਖਾਮੋਸ਼ੀ ਵੀ ਕਿਤੇ ਨਾ ਕਿਤੇ ਗੱਲ ਕਰਦੀ, ਉਹ ਤੇ ਇਹਨਾਂ ਨੇ ਖਾਸ ਕੋਈ ਰਿਐਕਸ਼ਨ ਨਹੀਂ ਦਿੱਤਾ। ਇਹਨਾਂ ਦੀ ਜ਼ਿਆਦਾ ਗੱਲ ਰਹੀ ਕਿ ਜੇ ਕਾਂਗਰਸ ਸਰਕਾਰ ਨੇ ਦੁਬਾਰਾ ਆਉਣਾ ਜਾਂ ਕਾਂਗਰਸ ਨੇ ਦੁਬਾਰਾ ਰਿਵਾਈਵ ਕਰਨਾ, ਉਹਨੂੰ ਲੋਕਾਂ ਦੀ ਗੱਲ ਕਰਨੀ ਪੈਣੀ ਹੈ, ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਪੈਣੀ ਹੈ। ਇੱਕ ਵੱਡੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਹੈ ਕਿ ਡਿਪਟੀ ਸੀਐਮ ਦੀ ਜਿਹੜੀ ਇਹਨਾਂ ਨੂੰ ਲੋਲੀਪੌਪ ਟਾਈਪ ਚੀਜ਼ ਦਿੱਤੀ ਜਾਂਦੀ ਹੈ, ਉਹ ਤੋਂ ਦਲਿਤ ਵਰਗ ਖੁਸ਼ ਨਹੀਂ ਹੈ। ਉਹ ਸਮਝਦਾ ਕਿ ਜੇ ਉਹਨੇ ਚਾਹੀਦਾ ਤਾਂ ਸੀਐਮ ਦੀ ਗੱਲ ਕੀਤੀ ਜਾਵੇ, ਤੇ ਸੀਐਮ ਲਈ ਉਹ ਹੱਕਦਾਰ ਨੇ। 70% ਤੋਂ ਜ਼ਿਆਦਾ ਸਮੂਹ ਇੱਥੇ ਹੈਗਾ ਗਾ। ਦੇਖਣਾ ਇਹ ਹੈ ਕਿ ਜਿਵੇਂ ਇਹਨਾਂ ਦੀ ਉਮੀਦ ਨਜ਼ਰ ਆ ਰਹੀ ਹੈ ਕਿ ਸੋਨੀਆ ਗਾਂਧੀ ਜੀ ਕੁਝ ਅੱਛਾ ਫੈਸਲਾ ਲੈਣਗੇ। ਕਮੇਟੀ ਨੇ ਸਾਰੇ ਲੀਡਰਾਂ ਦੀ ਚੰਗੀ ਰਹਿ ਲਈ ਹੈ, ਉਹ ਨਿਬੜਦਾ ਕੀ ਹੈ ਇਹ ਤਾਂ ਆਉਣ ਵਾਲੇ 1 ਜਾਂ 2 ਦਿਨਾਂ 'ਚ ਸਾਹਮਣੇ ਆ ਹੀ ਜਾਵੇਗਾ। ਤੇ ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।